ਸਾਧ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸ੍ਰੀ ਵਾਹਿਗੁਰੂ ਸਾਹਿਬ ਜੀ। 40 ਸਿੰਘਨ ਲੋਕ ਉਠਾਓ। ਈਂਧਨ ਦਾਨ ਲੋਕ ਜਾਓ। ਇਕ ਥਲ ਦੀਰਘ ਚਿਤਾ ਮਨਾਓ। ਸੰਸਕਾਰ ਸਿੰਘਨ ਲੋਕ ਉਠਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਜੋੜ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਸਾਨੂੰ ਬਖਸ਼ਿਸ਼ ਕੀਤਾ। ਅੱਜ ਸਾਧ ਸੰਗਤ ਜੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਸਰਬੱਤ ਗੁਰੂ ਦੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਆਪਣੀ ਰਚਨਾ ਤੋਂ ਫਰਮਾਇਆ ਹੈ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਪੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਨ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਬਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਹ ਦਇਆ ਕਰ ਜਨ ਨਾਨਕ ਧੋਵੈ ਪਾਏ। ਗਰੀਬ ਨਵਾਜ ਕਹਿੰਦੇ ਕਿ ਉਹ ਧਰਤੀ ਵੀ ਭਾਗਾਂ ਵਾਲੀ ਹੈ, ਹਰਿਆਵਲੀ ਹੈ ਜਿੱਥੇ ਸਤਿਗੁਰੂ ਜੀ ਬੈਠਦੇ ਹਨ। ਉਹ ਜੰਤ ਵੀ ਭਾਗਾਂ ਵਾਲੇ ਹਨ ਜਿਹੜੇ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਦੇ ਹਨ। ਤੇ ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਵੀ ਧੰਨ ਤੇ ਉਹ ਕੁਲ ਵੀ ਧੰਨ ਹੈ ਜਿਸ ਕੁਲ ਵਿੱਚ ਗੁਰੂ ਸਾਹਿਬ ਜੀ ਪ੍ਰਗਟ ਹੁੰਦੇ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਈ। ਅੱਜ ਦੇ ਦਿਨ ਸਤਿਗੁਰੂ ਗਰੀਬ ਨਵਾਜ ਭਾਗਾਂ ਭਰੀ ਧਰਤੀ ਸ੍ਰੀ ਕੀਰਤਪੁਰ ਸਾਹਿਬ, ਉਸ ਪਾਵਨ ਧਰਤੀ ਤੇ ਧੰਨ ਧੰਨ ਪਿਤਾ ਬਾਬਾ ਗੁਰਦਿੱਤਾ ਜੀ, ਧੰਨ ਧੰਨ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ 1630 ਈਸਵੀ ਸਨ ਅਤੇ 1687 ਵਿਕਰਮੀ ਸੰਮਤ ਨੂੰ ਮਹਾਰਾਜ ਸਾਹਿਬ ਦੇ ਪ੍ਰਗਟ ਹੋਏ। ਔਰ ਗਰੀਬ ਨਵਾਜ ਸਾਹਿਬ ਜੀ ਦੀ ਸਾਰੀ ਸਰੀਰ ਕਾਰਬਲਾ 7ਵੇਂ ਪਾਤਸ਼ਾਹ ਜੀ ਦੀ 31 ਸਾਲ ਤਾਂ ਕੁਝ ਮਹੀਨੇ ਸਾਧ ਸੰਗਤ ਜੀ ਹੋਈ। ਸਾਰੀ ਸਰੀਰ ਕਾਰਬਲਾ 7ਵੇਂ ਪਾਤਸ਼ਾਹ ਮਹਾਰਾਜ ਸਾਹਿਬ। ਔਰ ਆਪ ਜੀ ਦਾ ਬਚਪਨ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਬਤੀਤ ਹੋਇਆ। ਤੇ ਦਾਦਾ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਛਤਰ ਛਾਇਆ ਹੈ। ਔਰ ਗਰੀਬ ਨਵਾਜ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਜਦੋਂ 14 ਸਾਲਾਂ ਦੀ ਆਪ ਜੀ ਦੀ ਸਰੀਰ ਕਾਰਬਲਾ ਸੀ ਨਾ,
सतगुरु हरगोबिंद ਸਾਹਿਬ ਮਹਾਰਾਜ ने आप जी ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। 14 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਿਆਈ ਦੇ ਤਖਤ ਤੇ ਸੋਭਨੀਕ ਹੋਏ। 17 ਸਾਲ ਤੇ ਕੁਝ ਮਹੀਨੇ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ और ज्यादा समा आप जी ने कीरतपुर साहब की धरती में भाग लिया। उंज गरीब नवाज साहब जी माझे मालवे ते दुआबे विच विचरे। बहुते इतिहासकारों ने यह जिक्र नहीं किया। श्री गुरपुर प्रकाश ग्रंथ है जिस दियां पावन 4 पोथियां साहिब हैं ते श्री गुरु अंगद देव साहब दूजे पातशाह जी की वंश के विचों महापुरुष होए, उन्होंने वो पवित्र ग्रंथ लिखा है। उस दे विच जिक्र आया है कि सतगुरु गरीब नवाज साहब जी करतारपुर साहब आउण दा ते इस पावन ग्रंथ में भी जिक्र आता है। महाराज साहब करतारपुर साहब भी आए, श्री गोइंदवाल साहब भी आए, खडूर साहब भी ते श्री अमृतसर साहब भी आए। गुरु हरिराय साहब जी महाराज उंज इधरले इलाके में विशेष करके किसी सतगुरु हरिराय साहब जी का स्थान इतिहासक स्थान आप दर्शन नहीं करते। उंज पिंडों में कई थावां ते संगतां ने भावना के नाल गुरु हरिराय साहब जी की याद में भी दरबार बनाए। माझे में भी कई संगतां ने बनाए। एक दो थावां ते हाजरी भरन का भी सुभाव प्राप्त होया जो 7वें पातशाही की याद में पावन दरबार साहब संगतां ने कायम किया। ते श्री मान संत ज्ञानी गुरबचन सिंह जी खालसा भिंडरांवाले महापुरखों ने भी जिक्र किया कि सतगुरु गुरता गद्दी के मालक बन के महाराज की हाजरी में 2200 घोड़सवार विआह करते सन। गुरु हरिराय साहब महाराज की हजूरी के 2200 घोड़सवार शस्त्रधारी वो फौज सिख जिहड़े 6वें पातशाह जी की हाजरी च रहिंदे सन ते 6वें पातशाही के सचखंड बयाने तो बाद 7वें पातशाही की हाजरी करेंगे सी फौज। ते सतगुरु हरगोबिंद साहब महाराज जी ने आप जी को वचन किया सी कि तुसीं शस्त्रधारी रहना, तैयार पर तैयार रहना, फौज में तैयार रखना, पर जंग नहीं करना। 7वें पातशाह ने बेनती की सी महाराज कि जे कोई चढ़ के आवे तो मैनूं की आ गया है, उन्हां दा मुकाबला करना है कि नहीं। ते सतगुरु कहते नहीं, तुसीं जंग कोई नहीं करना, जिहड़ा तुहाडे ते चढ़ाई करके आवेगा वो पहुंच ही नहीं सके, वो राह विच ही मर खप जावे। ते इतिहास विच लिखिआ औरंगजेब ने कई बारी फौजां भेजियां, वो राह विच आपस विच ही उन्हां दी खड़क जांदी, आपस विच ही लड़ के मर खप के जरनैल मर जांदे, फौज पिछां दौड़ जांदी। इस तरह की हालत हुंदी है। गुरु हरिराय साहब महाराज ने कोई जंग नहीं कीता ते सतगुरु जी अपनी 2200 घोड़सवार फौजां के समेत जो माझे में आए तो बौली साहब आप जी ने इशनान किया, खडूर साहब आप जी ने नमस्कार किए। ये संत गुरबचन सिंह जी खालसा भिंडरांवाले महापुरखों ने श्री गुरमुख प्रकाश ग्रंथ में लिखा हुआ। सतगुरु श्री अमृतसर साहब जाते हैं तो 5 ही सरोवर साहिबां का इशनान आप करते हैं, तो नाल दी सारे सिख भी करते। 5 सरोवर साहिब अमृतसर साहिब दे विच और एक भावना भी है गुरसिखां दे विच जो अरदास विच आपां अरदास करके मंगते हैं ना, सिखां नूं सिक्खी दान, केस दान, रहत दान, विवेक दान, विसाह दान, भरोसा दान, दाना सिर दान, नाम दान, श्री अमृतसर साहिब जीओ के दर्शनी इशनान। तां इहदी भावना गुरसिख ये लैंदे आ कि ये जो दर्शन आपां मंगते हैं श्री अमृतसर साहिब दे, ये 5 ही सरोवर साहिबां दे इशनान। श्री अमृतसर सरोवर साहिब का इशनान तो है ही, जिस विच सचखंड श्री हरमंदर साहिब की शोभनीक है, दरबार साहिब शोभा पाते हैं। ते उस पावन सरोवर तो अलहदा 4 सरोवर साहिब होर गुरु साहिबां दे लाए हुए अमृतसर साहिब के। बहुतियां संगतां ने उन्हां 5 सरोवरां दे दर्शन नहीं कीते होणे ते बहुतियां दी जिंदगी लंघ चली होनी, 5 च इशनान भी नहीं कीता होना। पर जो सतगुरु मौका बख्शण मनुखा जन्म सानू प्राप्त होया, जो अमृतसर साहब जाइए तो जेड़े गुरु साहिबां ने आप सरोवर साहब कायम किए उन्हां च इशनान तो जरूर करना चाहिए। भावना
जे वध हो जाए तो बड़ी चंगी गल है, नहीं तो घट्टो घट जिंदगी च एक तरह तो जरूर करिए उन्होंने स्थानों के दर्शन। सब तो पहला अमृतसर साहब का सरोवर है श्री संतोखसर साहब, दूसरा है श्री अमृतसर साहब जिस विच दरबार साहब शोभा पाऊँ, तीजा है श्री रामसर साहब जी के कंढे से सारी बाणी लिखाई पंजवें पातशाह ने भाई गुरदास साहब जी। ते फिर श्री कौलसर साहब, ये बीबी कौला जी के नाम उत्ते छेवें पातशाह ने लाया सी गुरु हरगोबिंद साहब। बेनती की सी बीबी कौला कोले कुछ गहने सी, वो महाराज जी श्रद्धालु सी ते सुखमनी साहब की बाणी कंठ सी बीबी कौला। साईं मियाँ मीर की संगत करके बाणी दे नाल प्रेम बनिया सी, ओदा पिता नहीं सी बाणी पढ़न देता काजी, ते साईं मियाँ मीर दे राही छेवें पातशाह की शरण में आई सी बीबी कौला। बाणी की प्रेमण सी, वखरा उन्होंने मकान बना के दिता सी ते उच्चा सुच्चा जीवन रख के उच्चा आचरण रख के उस बीबी ने अपना जीवन बतीत किया। ते एक दिन गहने भेंट करके छेवें पातशाह नूं आख्या सी, महाराज मेरी भी याद दुनिया ते रहनी चाहिए, तुसीं कृपा करो मैनूं भी लोग याद करिया कर। ते सतगुरु जी ने ओहदी वो गहने भी सेवा च पा लिया, कुछ अपने वालों माया खर्ची ते सरोवर साहब लाया, ते नाले उस सरोवर साहब नूं वरदान भी दिते, बख्शिशां भी कीतियां। जिहड़ा इस सरोवर च इशनान करेगा ओहदियां मनोकामनावां भावनावां पूरीआं होणगीआं। ते उस सरोवर साहब का नाम श्री कौलसर साहब, ते पंजवां सरोवर श्री बबेकसर साहब। ये 5 सरोवर वा, 2 सरोवर छेवें पातशाह ने लाए, कौलसर साहब ते श्री बबेकसर साहब। गुरु हरराय साहब जी महाराज अपनी फौज के समेत सिखां समेत 5 ही सरोवर साहिबां विच इशनान करते। जदों बंदी छोड़ दिवस मनाया जाता ना, दिवाली का जोड़ मेला खालसा पंथ मनाउंदा है। इसे जोड़ मेले के कारण भाई साहब भाई मनी सिंह जी की शहादत भी हुई। तो उस वेले गुरसिख अमृत वेले रात के मौके पर 12 बजे तो मगरों जो अमृत वेला आरंभ हो जाता है, तो फिर 5 ही सरोवर साहिबां का इशनान करते। दलों वाले जथेबंदियों वाले गुरसिख भी उत्थे फिर अखंड पाठ साहब आरंभ करके भोग पाउंदे हैं, तो फिर 5 सरोवर साहिबां का इशनान किया जाता है। ये प्रातन चली आती मर्यादा है, क्योंकि गुरु साहब के सरोवर साहब हैं। तो आपां गुरु हरराय साहब महाराज जी को याद कर रहे हैं। सतगुरु जी माझे में भी विचरे, मालवे में भी सतगुरु जी गए, गुरु जी ने चरण पाए, पर विशेष करके सतगुरु जी ने कीरतपुर साहब की धरती को भाल गुरबाणी का कितना बड़ा सत्कार महाराज ने कायम किया। भावें अपने मुखार पिंड तो बाणी नहीं उचारण की, पहले गुरु साहिबां की बाणी उचारण की हुई का ही प्रचार प्रसार किया। एक दिन काबल की संगत आ रही है, शब्द कीर्तन करते हैं तो महाराज पलगे ते बराजे हुए कीरतपुर साहब की धरती चादर उत्ते लईए पतला जिहा बस्तर। जो संगत नेड़े आई छेती नाल चादर ला के ते महाराज जी पलगे तो उठे, गुरु साहब जी का गोडा वजा बाही दे पावे दे नाल वजा, सट लगी महाराज साहब के गोडे। सिख आके गुरु हरराय साहब जी के चरण घुटन लगा, बेनती की महाराज आप जी की पवित्र बाणी पहले स्वरूपों में उचारण की हुई सी, पढ़ रहे सां कीर्तन कर रहे सां, आप जी ने इन्नी काली क्यों की? महाराज बैठे रहते पलगे थे, बराजे रहते ना उठते। सतगुरु कह लगे गुरसिखो संगत शब्द कीर्तन पढ़ती हो तो असीं पलगे ते लम्मे पै होए, नहीं सानू उठ के गुरबाणी का सत्कार करना चाहिए। तो जे असी गुरबाणी का अदब नहीं करांगे तो संगतां गुरसिख अदब किवें करनगे? उस वेले महाराज ने आख्या सी जेड़ा गुरसिख गुरबाणी का अदब नहीं करता वो तो सानू चंगा ही नहीं लगता, सानू भाउंदा ही नहीं है। जिन भय अदबना बाणी धारा जानो गो सो सिख नहीं तुम्हारा, वो साडा सिख ही नहीं। फिर अपनी रचना तो महाराज ने कुछ वचन कहे सी उन्होंने, भाई साहब भाई संतोख सिंह जी ने अपनी रचना में वर्णन किया है। अपनी रचना तो जो महाराज ने वचन किए सतवें पातशाह ने कह लगे गुरसिखो संसार अग दा सागर है, गुरबाणी इस तो पार करने वाली बेड़ी की तरह। जेड़ा गुरसिख गुरबाणी नाल प्रेम करता है उन्हें सुख देने वाली है, जेड़ा गुरबाणी का पाठ करता वो हृदय के विकार दूर करने वाली, जेड़ा भावना ना पाठ करता। भाव अग्नि सागर कौ तरनी, सतगुर सिखन को सुख करनी, पाठ हृदय विकारन हरनी, हरनी कृष्णा सिंगन परनी। कृष्णा रूपी हिरनी नूं
शेर की न्याई है खा जाने वाली गुरु की बाणी, जिवें शेर हिरनी को खा जाता है ना, जिहड़ा प्रेम नाल बाणी का अभ्यास करता वो अंदरों तृष्णा को खा जाती। बरनी घोर दुख कर कहो करनी, गुरु साहब ने वर्णन की है कि करनी नाम हथनी का होना, जिवें हथनी रुखा पुट देती है, गुरु की बाणी दुखा रूपी रुखा पुट देती। बरनी गुर दुख कर कहो करनी, करनी ज्ञान अगम कहो अरनी। तो साध संगत जी महाराज साहब जी ने अचरज कौतक ਹਨ। 17 साल ਦੇ ਵਿੱਚ जिन्ना चिर गुरियाई सतगुरु जी ने की, महाराज साहब जी 101 कली का चोला पाया करते थे, लिखिया गुरु के इतिहास। और यह भी बचन आता है अमृत वेले 101 गागर के नाल इशनान करते सन ठंडे जल के नाल, ते जपजी साहब का 101 पाठ रोज का आप जी का नितनेम से। उंज तां गुरु साहब ने रोम रोम में बाणी वसी हुई है, पर गुरसिखां नूं सेवा सिमरन नाल जोड़न वास्ते, नितनेम नाल जोड़न वास्ते 101 जपजी साहब का नितनेम गुरु हरराय साहब जी करिया करते सन। ते महाराज साहब जी का शिकार करने का भी वक्रा ही तरीका सी। ऐसा कोमल हिरदा गरीब नवाज साहब जी का, महाराज साहब अपनी फौज को लैके जंगल में जाते, हुक्म सी सतगुरु हरराय साहब जी का भी किसी भी पशु पंछी की जान नहीं लेनी, जेड़े जख्मी है ना, फट्टड़ होए है, किसी की लत्त टुटी है, किसी का खंभ टुटा वा, कोई कारण है, उन्होंने जिउंदियां फड़ के लिया फट्टड़ पशुओं पंछियों। तो कीरतपुर साहब वड्डा वाड़ा बलिया होया सी, उहदे विच लिया के छड्डिया जांदा सी, उन्हां दी मलम पट्टी कीती जांदी सी, उन्हां दा पूरा खाण पीण दा प्रबंध कीता जांदा सी। जदों वो पशु पंछी राजी हो जांदे सी, फिर उन्होंने जंगल में महाराज छड़ाते सन। दवाखाना बनाया होया सी गुरु साहब जी ने बहुत वड्डा श्री कीरतपुर साहब दे विच। गुरु हरराय साहब महाराज ने बाग लवाए सी, बगीचे लवाए हुए सी फलों ते फुल्लां वाले कीरतपुर साहब की धरती ते। जेड़ी महाराज साहब जी के दवाखाने दे विचों दवाई मिलती सी, वो दुनिया दे विच होर कितों नहीं सी मिल सकती, ऐसा भी लिखिया इतिहास में। गुरु हरराय साहब जी के वेले औरंगजेब बादशाह का पिता शाहजहान राज करता सी, ते औरंगजेब का जिहड़ा वड्डा भरा ना, ये 4 भरा औरंगजेब ते सुजा मुहम्मद मुराद बख्श ते सब तो वड्डा दारा शिकोह। औरंगजेब इन्ना शलिया सी, इन्ना कपटी सी, इन्ने ना भोजन दे विच खाने दे विच अपने भरा नूं चौलां दे विच शेर दे मुछ दे वाल कुदरत के खवा दिते सी। ਉਹਦੇ मेदे ਵਿੱਚ बैठ गए, अंदर खराब हो गया, ते सारे हिंदुस्तान चो कितों इलाज ना होया, बाहरले मुल्कों की वैद आए इलाज करने वास्ते, क्योंकि बादशाह का पुत्र है वड्डा दारा शिकोह। फिर वैदा की मां ने दसिया कि 14 सरसाई की हरड़ होवे, 1 मासे का लौंग होवे, तां इहदा इलाज हो सकता। इस किस्म की हरड़ ते इस किस्म का लौंग जिहड़ा होर कितों नहीं मिल सकता दुनिया चो। उन्हें आख्या कितों मिल सकता, कहते गुरु हरराय साहब जी के दवाखाने कीरतपुर साहब चो मिल सकता। पर तुसीं गुरु घर नाल वैर विरोध रखते रहे हो। शाहजहान ने 4 बारी फौजां चढ़ाइयां सी 6वें पातशाह ते, 4 जंग कीते 6वें पातशाह। आख्या जी तरला पाओगे, बेनती करोगे ते फिर महाराज साहब जी दे देंगे। जदों चिट्ठी दे विच बड़ी निमरता दे नाल बेनती कीती, झुक के कि भावें मैं गुरु घर नाल वैर विरोध रखता रहा हाँ, फौजां चढ़ाउंदा रहा हाँ, पर गुरु हरराय साहब जी तुसीं ते निर्वैर हो, ते मेरे पुत्र की जान खतरे में है। जे 14 सरसाई की हरड़ 1 मासे का लौंग मैनूं आप जी के दवाखाने में मिल जाए, तो मेरे पुत्र वड्डे दारा शिकोह की जान बच सकती। संगत विच महाराज ने बचन किया, कहन लगे गुरु घर ते सारिਆਂ वास्ते इक्को जिहा है, गुरु घर किसी नाल वैर नहीं रखना। ते बाकी जिहड़ा है शाहजहान ने झुक के बेनती की है। फिर वह जिहड़ा पुत्र दारा शिकोह धर्मी है बंदा, तो महाराज साहब जी ने फिर 14 सरसाई की हरड़ ते 1 मासे का लौंग दिता सी। उहदे नाल दारा शिकोह दा पेट साफ होया सी, ते पेट दे विच जिहड़े अंदर शेर दी मुछ दे वाल गए हुए सी, वो बाहर निकले ते वो तंदुरुस्त होया सी। उस तो बाद उन्हें महाराज साहब के दर्शन भी किए सी। लम्मा इतिहास है।
ਤਾਂ ਗਰੀਬ ਨਿਵਾਜ ਸਾਹਿਬ ਨੇ ਬੇਅੰਤ ਸਾਧ ਸੰਗਤ ਜੀ ਬਖਸ਼ਿਸ਼ਾਂ ਵਰਤਾਈਆਂ। ਐਸੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਸਤਵੇਂ ਪਾਤਸ਼ਾਹ ਜੀ ਦਾ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ। ਲੜੀਵਾਰ ਰੂਪ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਭਾਈ ਮਹਾਂ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਤੇ ਕਲਗੀਧਰ ਪਾਤਸ਼ਾਹ ਤੋਂ ਬਦਾਵਾ ਪੜਵਾਇਆ ਤੇ ਮਹਾਰਾਜ ਸਾਹਿਬ ਜੀ ਦੇ ਗੋਦ ਦੇ ਵਿੱਚ ਗੁਰੂ ਸਾਹਿਬ ਜੀ ਦੇ ਗੋਡੇ ਦੇ ਉੱਤੇ ਆਪਣਾ ਸੀਸ ਰੱਖਿਆ ਹੋਇਆ ਭਾਈ ਮਹਾਂ ਸਿੰਘ ਜੀ ਨੇ ਸਰੀਰ ਤਿਆਗਿਆ। ਤੇ ਆਪਾਂ ਲੜੀਵਾਰ ਰੂਪ ਦੇ ਵਿੱਚ ਪਿੱਛੋਂ ਇਤਿਹਾਸ ਪੜ੍ਹਦੇ ਆ ਰਹੇ ਹਾਂ। ਗੁਰੂ ਦੀਆਂ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਵੀ ਇਹ ਜਿਹੜਾ ਬਦਾਵਾ ਸੀ ਇਹ ਖਦਰਾਣੇ ਦੀ ਢਾਬ ਤੋਂ ਥੋੜਾ ਜਿਹਾ ਪਿੱਛੇ ਲਿਖਿਆ ਗਿਆ ਸੀ, ਰਾਮੇ ਵਾਲੇ ਪਿੰਡ ਤੋਂ ਅਗਲੇ ਪਾਸੇ। ਤੇ ਪੰਚਾਇਤ ਨੇ ਲਿਖਿਆ ਸੀ ਤੇ ਉਸ ਪੰਚਾਇਤ ਦੇ ਵਿੱਚ ਜਿਹੜਾ ਮਾਝੇ ਤੋਂ ਜਥਾ ਆਇਆ ਸੀ, ਹੋਰ ਵੀ ਇਲਾਕੇ ਦੀ ਪੰਚਾਇਤ ਸੀ, ਉਹਦੇ ਵਿੱਚ ਆਗੂਆਂ ਨੇ ਲਿਖਿਆ ਸੀ ਤੇ ਉਹਦੇ ਵਿੱਚੋਂ 40 ਜਿਹੜੇ ਸੀ ਉਹ ਨਿਕਲੇ ਸੀ ਭਾਈ ਮਹਾਂ ਸਿੰਘ ਜੀ ਦੀ ਵਿਗਾੜ ਤੇ। ਉਸ ਸੰਗਤ ਵਿੱਚ ਹੀ ਮਾਈ ਭਾਗ ਕੌਰ ਆਈ ਸੀ। ਤਾਂ ਉਹ ਫਿਰ ਜਿਵੇਂ 40 ਸਿੰਘ ਤੇ 41ਵੀਂ ਮਾਈ ਭਾਗ ਕੌਰ ਨੇ ਇੱਥੇ ਮੁਕਾਬਲਾ ਜਿਵੇਂ ਕੀਤਾ, 40 ਸਿੰਘ ਸ਼ਹੀਦ ਹੋਏ। ਭਾਈ ਮਹਾਂ ਸਿੰਘ ਦੇ ਬੇਨਤੀ ਕਰਨ ਤੋਂ ਕਲਗੀਧਰ ਪਾਤਸ਼ਾਹ ਨੇ ਬਦਾਵਾ ਪਾੜਿਆ ਤੇ ਸਿੱਖੀ ਦੀ ਟੁੱਟੀ ਹੋਈ ਸਾਂਝ ਜਿਹੜੀ ਉਹ ਗੰਢੀ। ਬਦਾਵਾ ਲਿਖਣ ਦਾ ਜ਼ਿਕਰ ਪਿੱਛੇ ਵੀ ਆਇਆ ਹੋਵੇ ਅਨੰਦਪੁਰ ਸਾਹਿਬ ਦੇ ਵਿੱਚ, ਇਸੇ ਗ੍ਰੰਥ ਦੇ ਵਿੱਚ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ। ਪਰ ਉੱਥੇ ਜਿਨ੍ਹਾਂ ਸਿੰਘਾਂ ਨੇ ਬਦਾਵਾ ਲਿਖਿਆ ਸੀ ਉਹਦੇ ਵਿੱਚ ਕੋਈ ਜਿਉਂਦਾ ਘਰ ਨੂੰ ਨਹੀਂ ਆਇਆ, ਉਹ ਸਾਰੇ ਸ਼ਹੀਦ ਹੋਏ ਉੱਥੇ। ਬਾਕੀ ਸਾਧ ਸੰਗਤ ਜੀ ਵੀ ਇਹ ਜੋ ਮਾਈ ਭਾਗ ਕੌਰ ਹੈ ਨਾ, ਇਸ ਗ੍ਰੰਥ ਵਿੱਚ ਅੱਗੇ ਜਾ ਕੇ ਜ਼ਿਕਰ ਆ ਜਾਵੇਗਾ। ਮਾਈ ਭਾਗ ਕੌਰ ਸੰਗਤ ਨਾਲ ਉਹ ਜਿਹੜੀ ਜਥਾ ਸੰਗਤ ਆਇਆ ਸੀ ਨਾ ਉਹਦੇ ਨਾਲ ਮਿਲ ਕੇ ਤਾਂ ਆਈ ਸੀ ਪੁੱਤਰ ਦੀ ਇੱਛਾ ਲੈ ਕੇ ਕਿ ਸੰਗਤ ਚੱਲੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਮੈਂ ਵੀ ਜਾ ਕੇ ਬੇਨਤੀ ਕਰਾਂਗੇ ਕਿ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋ ਜਾਵੇ। ਪਰ ਬਾਕੀ ਗੱਲਾਂ ਜਿਹੜੀਆਂ ਵਾ ਉਹ ਬਣਾਈਆਂ ਜਾਂਦੀਆਂ ਇਸ ਪਵਿੱਤਰ ਗ੍ਰੰਥ ਵਿੱਚ ਨਹੀਂ ਹਨ ਕਿ ਮਾਈ ਭਾਗ ਕੌਰ ਨੇ ਘਰੇ ਨਹੀਂ ਵੜਨ ਦਿੱਤਾ ਜੀ, ਕਿਸੇ ਨੂੰ ਇਸ ਤਰ੍ਹਾਂ ਨਹੀਂ ਉਹ ਆਖਿਆ। ਇਹ ਬਣਾਈਆਂ ਬਣਾਈਆਂ ਗੱਲਾਂ ਆਪਣੇ ਕੋਲ ਤੋਂ ਇਸ ਪਵਿੱਤਰ ਗ੍ਰੰਥ ਵਿੱਚ ਇਹ ਜਿਹੜਾ ਕੁਝ ਹੈ ਉਹ ਨਹੀਂ ਆਇਆ। ਤਾਂ ਜਿਸ ਤਰੀਕੇ ਨਾਲ ਇਹਦੇ ਵਿੱਚ ਇਹ ਬਚਨ ਆਇਆ ਹੈ ਤੇ ਉਹ ਸਾਧ ਸੰਗਤ ਜੀ ਆਪ ਜੀ ਨੇ ਪਿੱਛੇ ਸਾਰਾ ਲੜੀਵਾਰ ਰੂਪ ਦੇ ਵਿੱਚ ਸਰਵਣ ਕੀਤਾ ਹੀ ਹੈ। ਬਾਕੀ ਇਹ ਵੀ ਗੱਲ ਕਿਤੇ ਨਹੀਂ ਆਈ ਇਸ ਪਾਵਨ ਗ੍ਰੰਥ ਵਿੱਚ ਕਿ ਕਲਗੀਧਰ ਪਾਤਸ਼ਾਹ ਨੇ ਆਖਿਆ ਹੋਵੇ ਕਿ ਬਾਕੀ ਅਸੀਂ ਸਾਰਾ ਕੁਝ ਛੱਡ ਆਏ ਹਾਂ ਜੀ, ਤੁਹਾਡਾ ਬਦਾਵਾ ਵੀ ਅਸੀਂ ਛੱਡ ਕੇ ਆਏ। ਬਦਾਵਾ ਤੇ ਸਵੇਰੇ ਲਿਖਿਆ ਗਿਆ ਤੇ ਸ਼ਾਮੀ ਪਾੜਿਆ ਗਿਆ। ਰਾਮੀ ਵਾਲੇ ਪਿੰਡ ਦੇ ਅਗਲੇ ਪਾਸੇ ਲਿਖਿਆ ਪੰਚਾਇਤ ਨੇ, ਉਦੋਂ ਹੀ ਪਿੱਛੇ ਫੌਜ ਆ ਰਹੀ ਸੀ ਤੇ ਅੱਗੇ ਜੰਗ ਹੋਇਆ ਤੇ ਖਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਨੇ ਪੜਵਾਇਆ ਆਪਣੀ ਸ਼ਹਾਦਤਾਂ ਦੇ ਕੇ ਸਿੰਘਾਂ। ਜਿਹੜਾ ਉੱਥੇ ਅਨੰਦਪੁਰ ਸਾਹਿਬ ਲਿਖਿਆ ਗਿਆ ਸੀ ਉਹਨਾਂ ਵਿੱਚੋਂ ਕੋਈ ਜਿਉਂਦਾ ਨਹੀਂ ਬਚਿਆ ਕਿ ਅੱਗੇ ਉਹ ਮਾਸੀ ਦੇ ਪੁੱਤ ਸੀ ਕਿ ਉਹਨਾਂ ਨੇ ਆਖਣਾ ਹੀ ਜਾਓ ਚਲੇ ਜਾਓ, ਜਿਹੜੇ ਘੇਰਾ ਪਾ ਕੇ ਬੈਠੇ। ਉੱਥੇ ਜਿੰਨੇ ਸਿੰਘ ਸੀ ਉਹ ਸਾਰੇ ਸ਼ਹੀਦ ਹੋ ਗਏ। ਕਲਗੀਧਰ ਪਾਤਸ਼ਾਹ ਦੇ ਨਾਲ ਜਿਹੜੇ ਸੀ ਸਿੰਘ ਉਹ ਚਮਕੌਰ ਦੀ ਗੜੀ ਦੇ ਵਿੱਚ ਗਏ, ਜਿੰਨੇ ਗਏ ਉੱਥੇ ਉਹ ਵੀ ਸ਼ਹੀਦ ਹੋਏ। ਉਹਨਾਂ ਵਿੱਚੋਂ 3 ਸਿੰਘ ਹੀ ਸਿਰਫ ਮਹਾਰਾਜ ਦੇ ਨਾਲ ਰਹੇ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਤੇ ਭਾਈ ਮਾਨ ਸਿੰਘ। ਉਹ ਤਿੰਨੇ ਮਾਛੀਵਾੜੇ ਦੇ ਜੰਗਲ ਵਿੱਚ ਮਹਾਰਾਜ ਦੇ ਨੂੰ ਆ ਕੇ ਮਿਲਦੇ ਆ, ਉਹ ਫਿਰ ਨਾਲ ਤੋੜਦੀ ਰਹਿੰਦੇ ਮਹਾਰਾਜ ਦੇ ਨਾਲ। ਤਾਂ ਇਹ ਸਾਧ ਸੰਗਤ ਜੀ ਸਾਰਾ ਪ੍ਰਸੰਗ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਹੈ। ਤਾਂ ਭਾਈ ਮਹਾਂ ਸਿੰਘ ਜੀ ਜਿਸ ਵੇਲੇ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਜਿਵੇਂ ਕਿਰਪਾ ਕਰਦੇ ਆ, ਜਿਵੇਂ 40 ਸਿੰਘਾਂ ਦਾ ਅੰਤਮ ਸੰਸਕਾਰ ਕਰਦੇ ਹਨ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦੇ ਹੋਏ ਸ਼ਰਧਾ ਭਾਵਨਾ ਸਹਿ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 40 ਸਿੰਘ ਲੋਕ ਉਠਾਓ। ਮਹਾਰਾਜ ਬੈਰਾੜ ਸਿੱਖਾਂ ਨੂੰ ਕਹਿੰਦੇ ਆ ਵੀ ਜੋ 40 ਸਿੰਘ ਇੱਥੇ ਸ਼ਹੀਦ ਹੋਏ ਆ ਉਹਨਾਂ ਦੇ ਸਰੀਰ ਉਠਾਓ। ਜੋ ਲੱਕੜਾਂ ਇੱਕੇ ਥਾਂ ਤੇ ਇਕੱਠੀਆਂ ਕਰਕੇ ਲਿਆਓ। ਇੱਕੇ ਥਾਂ ਦੇ ਉੱਤੇ ਫਿਰ ਲੱਕੜਾ ਰੱਖ ਕੇ ਤੇ ਵੱਡੀ ਚਿਖਾ ਤਿਆਰ ਕਰੋ। ਮਹਾਰਾਜ ਸਾਹਿਬ ਕਿਉਂਕਿ ਭਾਈ ਮਹਾਂ ਸਿੰਘ ਨੇ ਬੇਨਤੀਆਂ ਕਰਦੇ ਹਨ, ਗੁਰੂ ਸਾਹਿਬ ਜੀ ਨੂੰ ਸਾਰਾ ਬੇਨਤੀ ਦੇ ਵਿੱਚ ਦੱਸਿਆ। ਜਿੰਨੇ ਸਾਥੀ ਨਿੱਤਰ ਕੇ ਆਏ, ਸਤਿਗੁਰੂ ਅੰਤਰਜਾਮੀ ਸਭ ਕੁਝ ਜਾਣਦੇ, ਸਾਰਿਆਂ ਨੂੰ ਵਰਦਾਨ ਦਿੱਤੇ
ਤਾਂ ਇਸ ਤਰ੍ਹਾਂ ਗਰੀਬ ਨਵਾਜ ਕਹਿੰਦੇ ਇੱਕੋ ਚਿਖਾ ਤਿਆਰ ਕਰਕੇ ਸਾਰੇ ਸਰੀਰ ਇੱਕ ਉੱਤੇ ਰੱਖੋ, ਇਹਨਾਂ ਦੇ ਛੇਤੀ ਸੰਸਕਾਰ ਕੀਤਾ ਜਾਵੇ, ਦੇਰੀ ਨਾ ਲਾਓ। ਜੇ ਸੰਗੀ ਸੁਣ ਕੇ ਤਰਤਾਲਾ, ਜਿੰਨੇ ਮਹਾਰਾਜ ਸਾਹਿਬ ਜੀ ਦੇ ਸੰਗੀ ਸੀ ਉਹ ਸੁਣ ਕਰਕੇ ਉਸੇ ਵੇਲੇ ਸੁਣਕੇ ਰਾਸ ਸੰਚ ਵਿਸਾਲਾ, ਉਹਨਾਂ ਨੇ ਸੁੱਕੀਆਂ ਲੱਕੜਾਂ ਬਹੁਤੀਆਂ ਇਕੱਠੀਆਂ ਕੀਤੀਆਂ ਮੀਨ ਮੀਨ ਸਿੰਘਨ ਬਹਵਾਨਾ, ਤੇ ਤੁਰਕਾਂ ਦੀ ਫੌਜ ਵਿੱਚੋਂ ਚੁਣ ਚੁਣ ਕੇ ਸਿੰਘਾਂ ਦੇ ਪਵਿੱਤਰ ਸਰੀਰਾਂ ਨੂੰ ਲਿਆਂਦਾ ਹਰਿਓ ਸਮੂਹ ਮਰਿਓ ਤੁਰਕਾਨਾ, ਤੇ ਸਮੂਹ ਤੁਰਕਾਨਾ ਮਰਿਆ ਪਿਆ ਸੀ ਉੱਥੇ। ਹਰੇ ਪਏ ਮੇਰੇ ਬਿਨ ਮੋਹ ਪਰੇ, ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਨਾਲ ਲੜਦਿਆਂ ਲੜਦਿਆਂ ਉਹਨਾਂ ਵਿੱਚ ਹੀ ਸ਼ਹੀਦ ਹੋਏ ਪਏ ਸਨ ਸਿੰਘ। ਜੈਸ ਰਾਮ ਖੇਤ ਬੜ ਕਰੇ, ਜਿੱਥੇ ਜੰਗ ਦੇ ਮੈਦਾਨ ਵਿੱਚ ਵੱਡਾ ਹੀ ਯੁੱਧ ਕੀਤਾ ਸਿੰਘਾਂ ਨੇ। ਸੰਗਤ ਕਾਲੇ ਉਠਾਏ, ਕਲਗੀਧਰ ਪਾਤਸ਼ਾਹ ਦੇ ਨਾਲ ਜੋ 1400 ਬੈਰਾੜ ਸਿੱਖ ਸੀ, ਉਹਨਾਂ ਬਹੁਤਿਆਂ ਨੇ ਮਿਲ ਮਿਲ ਕੇ ਇੱਕ ਸਿੰਘ ਦੇ ਸਰੀਰ ਨੂੰ ਲਿਆਂਦਾ ਚੁੱਕ ਕੇ, ਵੱਡੀ ਚਿਖਾ ਜੋ ਤਿਆਰ ਕੀਤੀ ਸੀ ਖਦਰਾਣੇ ਦੀ ਢਾਬ ਦੇ ਵਿੱਚ ਹੀ, ਉਸ ਚਿਖਾ ਦੇ ਉੱਤੇ ਲਿਆ ਕਰਕੇ ਸਰੀਰ ਰੱਖੇ। ਵੱਡੀ ਤਿਲਾ ਕੇ ਬੀਚ ਨਿਕਾਏ, ਉਹ ਵੱਡੀ ਇੱਕੋ ਚਿਤਾ ਦੇ ਵਿੱਚ 40 ਸਿੰਘਾਂ ਦੇ ਪਾਵਨ ਸਰੀਰ ਟਿਕਾ ਦਿੱਤੇ ਉੱਪਰ ਸਮਦਾ ਧਰ ਸਮਦਾਏ, ਤੇ ਸਰੀਰਾਂ ਦੇ ਉੱਪਰ ਵੀ ਬਹੁਤੀਆਂ ਲੱਕੜਾਂ ਜਿਹੜੀਆਂ ਉਹ ਪਾ ਦਿੱਤੀਆਂ ਗਈਆਂ। ਹਰੇ ਅਗਨੀ ਪਰ ਜਨ ਬਦਲ ਗਾਈ, ਤਾਂ ਉਸ ਵੇਲੇ ਅਗਨੀ ਪ੍ਰਚੰਡ ਕਰਕੇ ਲਾਈ, ਭਾਵ ਅੱਗ ਬਾਲ ਕਰਕੇ ਤੇ ਝੰਡਾ ਲਾਇਆ ਗਿਆ ਅਗਨੀ ਦਾ ਕਰਨ ਵਾਸਤੇ, ਸੰਸਕਾਰ ਕਰਨ ਵਾਸਤੇ। ਆਪ ਖਰੇ ਸਤਿਗੁਰ ਤਹਿ ਭਏ, ਸਤਿਗੁਰੂ ਜੀ ਆਪ ਉੱਥੇ ਖਲੋਤੇ ਆ ਇਸ ਚਿਖਾ ਦੇ ਪਾਸ, ਤੇ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਸਾਹਮਣੇ 40 ਸਿੰਘਾਂ ਦਾ ਸੰਸਕਾਰ ਹੋ ਰਿਹਾ ਹੈ। ਭਸਮ ਦੇ ਸਗਰੇ ਕਰ ਦਏ, ਸਾਰੇ ਜਿਹੜੇ ਸਰੀਰ ਹਨ ਭਾਈ ਮਹਾ ਸਿੰਘ ਜੀ ਤੇ ਤਿੰਨਾਂ ਦੇ ਸਾਥੀਆਂ ਦੇ 40 ਸਿੰਘਾਂ ਦੇ, ਭਾਈ ਮਹਾ ਸਿੰਘ ਜੀ ਦੇ ਸਮੇਤ 40 ਸਿੰਘ ਹਨ, 40 ਸਿੰਘਾਂ ਦਾ ਤੋ ਇਸ ਪ੍ਰਕਾਰ ਦੇ ਨਾਲ ਸਰੀਰਾਂ ਦਾ ਸੰਸਕਾਰ ਕੀਤਾ ਗਿਆ। ਨਾਨਕ ਸਰੋਵਰ ਮੇਰੀ, ਇਹ ਉਸ ਸਰੋਵਰ ਸਾਹਿਬ ਦੀ ਮਹਾਰਾਜ ਨੇ ਮਹਾਨ ਮਹਿਮਾ ਕੀਤੀ। ਸ੍ਰੀ ਮੁਖ ਤੇ ਕਰਨੀ ਬਹੁ ਤੇਰੀ, ਸੁਭਾਈਮਾਨ ਮੁਖ ਤੋਂ ਬਹੁਤੀ ਵਰਣਨ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜੈ ਰਖੇ ਸਾਧ ਆਪ ਮਰੈ, ਜਿੱਥੇ ਸਤਿਗੁਰੂ ਜੀ ਕਹਿੰਦੇ ਇੱਕ ਤਪਸਵੀ, ਇੱਕ ਸਾਧੂ ਤਪੱਸਿਆ ਸਾਧ ਕੇ ਆਪਣਾ ਸਰੀਰ ਤਿਆਗਦਾ ਹੈ, ਉਹਨ ਸਥਾਨ ਤਾਹੀ ਜਗ ਕਰੈ, ਜੱਗ ਦੇ ਵਿੱਚ ਉਸ ਸਥਾਨ ਨੂੰ ਪੁੰਨ ਵਾਲਾ ਸਥਾਨ ਕਿਹਾ ਜਾਂਦਾ ਹੈ। ਸੰਸਾਰ ਦੇ ਲੋਕ ਉਸ ਨੂੰ ਤੀਰਥ ਕਹਿੰਦੇ ਹਨ, ਪਵਿੱਤਰ ਸਥਾਨ ਕਹਿੰਦੇ ਆ ਵੀ ਇੱਥੇ ਕੋਈ ਸਾਧੂ ਨੇ ਤਪ ਕਰਕੇ ਆਪਣਾ ਸਰੀਰ ਤਿਆਗਿਆ ਹੈ। ਇਸ ਕਾਲ ਸਿੰਘ ਸਿਦਕ ਬਹੁ ਵੱਡੇ, ਮਹਾਰਾਜ ਕਹਿੰਦੇ ਇਸ ਥਾਂ ਦੇ ਉੱਤੇ ਮੇਰੇ ਬਹੁਤ ਵੱਡੇ ਸਿਦਕੀ ਸਿੰਘਾਂ ਨੇ ਲਾਲ ਤੁਰ ਕਰ ਮਨ ਤਨ ਸਭ ਛੱਡੇ, ਸਾਡੇ ਪਿਆਰ ਦੇ ਵਿੱਚ ਤੁਰਕਾਂ ਦੀ ਫੌਜ ਦੇ ਨਾਲ ਲੜ ਕਰਕੇ ਮਨ ਤੇ ਤਨ ਸਭ ਕੁਝ ਛੱਡ ਦਿੱਤਾ ਹੈ। ਮਨ ਵੀ ਤੇ ਤਨ ਵੀ, ਕਿਉਂਕਿ ਮਨ ਦੇ ਵਿੱਚ ਫੁਰਨੇ ਹੁੰਦੇ ਕਈ ਤਰ੍ਹਾਂ ਦੇ, ਤੇ ਮਨ ਵੀ ਛੱਡ ਦਿੱਤਾ ਵੀ ਹੁਣ ਮਨ ਦੀ ਮਰਜ਼ੀ ਨਹੀਂ ਕਰਨੀ, ਤੇ ਸਰੀਰ ਵੀ ਹੁਣ ਲੇਖੇ ਲੱਗ ਜਾਵੇ, ਇਸ ਕਰਕੇ ਮਨ ਤਾਂ ਨਹੀਂ ਛੱਡ ਦਿੱਤਾ, ਮਨ ਤਾਂ ਨਹੀਂ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ। ਮੇਰੇ ਪਿਆਰ ਵਾਲੇ ਸਿੰਘਾਂ ਨੇ ਤੁਰਕਾਂ ਨਾਲ ਲੜ ਕਰਕੇ ਤੇ ਆਪਣਾ ਮਨ ਤਨ ਛੱਡੇ ਹਨ। ਮਕਰ ਸੰਕਰਖਣ ਅਰਕੀ ਹੋਏ, ਮਕਰ ਸੰਕਰਖਣ ਅਰਕੀ ਹੋਏ, ਮਕਰ ਨਾਮ ਜਿਸ ਵੇਲੇ ਮਾਘ ਦੇ, ਅਰਕੀ ਕਹੀਏ ਸੂਰਜ ਦਾ ਨਾਮ, ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਭਾਵ ਹੈ, ਭਾਵ ਜਿਸ ਵੇਲੇ ਮਾਘੀ ਦਾ ਦਿਨ ਹੋਵੇਗਾ। ਆਨ ਸਨਾਨ ਹੈ ਦਰ ਹੋਏ, ਮਹਾਰਾਜ ਕਹਿੰਦੇ ਇਸ ਸਥਾਨ ਤੇ ਸਰੋਵਰ ਬਣੇਗਾ ਇਹਨਾਂ 40 ਸ਼ਹੀਦਾਂ ਦੀ ਯਾਦ ਵਿੱਚ, ਤੇ ਮਾਘੀ ਵਾਲੇ ਦਿਨ, ਮਾਘ ਦੀ ਸੰਗਰਾਂਦ ਵਾਲੇ ਦਿਨ ਜਿਹੜਾ ਆ ਕਰਕੇ ਇਸ ਥਾਂ ਦੇ ਉੱਤੇ ਇਸ਼ਨਾਨ ਕਰੇਗਾ। ਪ੍ਰਾਪਤ ਸੋ, ਇਸ਼ਨਾਨ ਕਰਨ ਵਾਲੇ ਨੂੰ ਮਨੋ ਕਾਮਨਾਵਾਂ ਪ੍ਰਾਪਤ ਹੋਣਗੀਆਂ। ਪਾਪ ਕਰੇ ਨਰ ਬੈ ਸਕੋ, ਜਿੰਨੇ ਉਮਰ ਵਿੱਚ ਪਾਪ ਕੀਤੇ ਹੋਣਗੇ ਉਹ ਸਾਰੇ ਖਤਮ ਹੋ ਜਾਣ। ਜਿਹੜਾ ਇੱਥੇ ਸ਼ਹੀਦਾਂ ਦੇ ਸਥਾਨ ਤੇ ਆ ਕਰਕੇ ਮਾਘ ਦੀ ਸੰਗਰਾਂਦ ਨੂੰ ਮਾਘੀ ਵਾਲੇ ਦਿਨ ਇਸ਼ਨਾਨ ਕਰੇਗਾ ਤਾਂ ਸਾਰੇ ਪਾਪ ਉਹਦੇ ਜਿਹੜੇ ਨਾਸ ਹੋ ਜਾਣਗੇ, ਜਿਹੜਾ ਭਾਵਨਾ ਦੇ ਨਾਲ ਆ ਕਰਕੇ ਕਰੇਗਾ ਤੇ ਅੱਗੇ ਵਾਸਤੇ ਪਾਪ ਕਰਨ ਤੋਂ ਤੌਬਾ ਕਰੇਗਾ, ਪਿਛਲੇ ਬਖਸ਼ੇ ਜਾਣਗੇ ਸਾਰੇ। ਬੰਦੇ ਕੰਨ ਸ਼ਹੀਦਨ ਕੇਰਾ,
ਇੱਥੇ ਸ਼ਹੀਦਾਂ ਦੇ ਸ਼ਹੀਦਗੰਜ ਨੂੰ, ਇਹ 40 ਸ਼ਹੀਦਾਂ ਦੇ ਸ਼ਹੀਦਗੰਜ ਨੂੰ ਜਿਹੜਾ ਵੰਦਨਾ ਕਰੇਗਾ, ਨਮਸਕਾਰ ਕਰੇਗਾ, ਮਹਾਰਾਜ ਕਹਿੰਦੇ ਜਿਹੜਾ ਇੱਥੇ ਸੇਵਾ ਵਿੱਚ ਧਨ ਦੇਵੇਗਾ ਉਹਦਾ ਧਨ ਨਿਤਾ ਪ੍ਰਤੀ ਬਹੁਤਾ ਵਧੇਗਾ। ਇਹ 40 ਸਿੰਘਾਂ ਦੀ ਸ਼ਹਾਦਤ ਵਾਲੇ ਸਥਾਨ ਤੇ ਅੱਜ ਤੋਂ ਮਹਾਰਾਜ ਕਹਿੰਦੇ ਇਸ ਥਾਂ ਦਾ ਨਾਮ ਮੁਕਤਸਰ ਹੋਵੇਗਾ, ਕਿਉਂਕਿ ਇੱਥੇ ਸਰੋਵਰ ਲੱਗੇਗਾ ਤੇ ਗਰੀਬ ਨਵਾਜ ਕਹਿੰਦੇ ਉਸ ਸਰ ਦਾ ਨਾਮ, ਸਰੋਵਰ ਦਾ ਨਾਮ ਮੁਕਤਸਰ ਹੋਵੇਗਾ, ਭਾਵ ਮੁਕਤੀ ਦਾ ਸਰੋਵਰ। ਤੇ ਇਸ ਨੂੰ ਕੋਈ ਖਿਦਰਾਣਾ ਨਹੀਂ ਆਖੇਗਾ। ਇਸ ਥਾਂ ਦੇ ਉੱਤੇ ਸਾਡੇ 40 ਸਿੱਖ ਮੁਕਤ ਹੋਏ ਹਨ। 40 ਸਿੱਖ ਗਿਣਤੀ ਵਿੱਚ 40 ਤੇ ਮਹਾਰਾਜ ਸਾਹਿਬ ਕਹਿੰਦੇ ਮੁਕਤ ਹੋਏ, ਔਰ ਇਹਨਾਂ ਨੂੰ ਪੰਥ ਦੇ ਵਿੱਚ ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਵੇਗਾ। ਅਸੀਂ ਰੋਜ਼ ਅਰਦਾਸ ਵਿੱਚ ਸਾਧ ਸੰਗਤ ਜੀ ਯਾਦ ਕਰਦੇ ਹਾਂ, ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾ ਰਹੇ ਹਾਂ, 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਬਾਣੀ ਦੇਖ ਕੇ ਅਨਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇਹ ਅਰਦਾਸ ਵਿੱਚ ਆਪਾਂ ਇਹ ਸ੍ਰੀ ਮੁਕਤਸਰ ਸਾਹਿਬ ਦੇ ਇਹ 40 ਮੁਕਤਿਆਂ ਨੂੰ ਯਾਦ ਕਰਦੇ, ਜੋ ਖਿਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਸਾਹਿਬ ਜੀ ਦੇ ਸਾਥੀਆਂ ਨੇ ਇਹ ਸ਼ਹਾਦਤ ਪ੍ਰਾਪਤ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਤਿਗੁਰੂ ਕਹਿੰਦੇ ਵੀ ਇਹਨੂੰ ਕੋਈ ਖਿਦਰਾਣਾ ਨਹੀਂ ਆਖੇਗਾ। ਇਸ ਥਾਂ ਤੇ ਜੋ ਸਰੋਵਰ ਲੱਗੇਗਾ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ, ਤੇ ਇਸ ਸਥਾਨ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਵੇਗਾ, ਕਿਉਂਕਿ ਇਸ ਥਾਂ ਦੇ ਉੱਤੇ ਸਾਡੇ 40 ਸਿੱਖ ਮੁਕਤ ਹੋਏ, ਉਹਨਾਂ ਦੇ ਬੰਧਨ ਕੱਟੇ ਗਏ। ਜਿਨ੍ਹਾਂ ਨੇ ਪਾਪ ਤੋਂ ਰਹਿਤ ਧੋ ਕਰਕੇ ਮਹਾਨ ਵੱਡੀ ਘਾਲਣਾ ਘਾਲੀ ਹੈ, ਇਸ ਕਰਕੇ ਇਸ ਸਰੋਵਰ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਇਆ। ਜਿਹੜਾ ਇਸ ਮੁਕਤਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਪਾਪ ਨਾਸ ਹੋ ਜਾਣਗੇ, ਉਹਦੇ ਪਾਪ ਕੱਟੇ ਜਾਣਗੇ। ਇਹ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀਆਂ। ਤਾਂ ਸੰਗਤਾਂ ਭਰਾਵਾਂ ਦੇ ਨਾਲ ਮਾਘੀ ਦੇ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਸਰੋਵਰ ਸਾਹਿਬ 'ਚ ਇਸ਼ਨਾਨ ਕਰਦੀਆਂ, 40 ਮੁਕਤਿਆਂ ਸ਼ਹੀਦਾਂ ਨੂੰ ਨਮਸਕਾਰ ਕਰਕੇ ਆਉਂਦੀਆਂ। ਅੱਗੇ ਪਿੱਛੇ ਵੀ ਯਾਤਰਾ ਕਰਦੇ ਹੋਏ ਗੁਰਸਿੱਖ ਇਸ਼ਨਾਨ ਕਰਦੇ, ਨਮਸਕਾਰਾਂ ਕਰਦੇ। ਤਾਂ ਮਹਾਰਾਜ ਕਹਿੰਦੇ ਜੋ ਇਸ਼ਨਾਨ ਕਰੇਗਾ ਉਹਦੇ ਪਾਪ ਨਾਸ ਹੋ ਜਾਣਗੇ। ਇਸ ਤਰ੍ਹਾਂ ਦੀ ਮਹਿਮਾ 40 ਸ਼ਹੀਦਾਂ ਦੀ ਕੀਤੀ ਆਪਣੇ ਮੁਖ ਤੋਂ, ਤੇ ਉਸ ਸਥਾਨ ਦੀ ਮਹਿਮਾ ਆਪ ਜੀ ਨੇ ਆਖੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਉਹ ਸਹੀ ਭਲੀ ਪ੍ਰਕਾਰ ਸੰਸਾਰ ਦੇ ਵਿੱਚ ਜਗਤ ਵਿੱਚ ਪ੍ਰਗਟ ਹੈ ਮਹਿਮਾ। ਹੁਣ ਉਸ ਸਥਾਨ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋ ਗਿਆ ਹੈ। ਤਾਂ ਉਹ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪ ਨਾਸ ਹੁੰਦੇ ਆ, ਇੱਛਾ ਪੂਰੀਆਂ ਹੁੰਦੀਆਂ, ਨਾਮ ਬਾਣੀ ਨਾਲ ਜੁੜ ਕਰਕੇ ਮੁਕਤੀ ਮਿਲਦੀ ਹੈ। ਤਾਂ ਵੱਡਾ ਭਾਰੀ ਪੁੰਨ ਫਲ ਪ੍ਰਾਪਤ ਹੁੰਦਾ ਸ਼ਹੀਦਾਂ ਦੇ ਅਸਥਾਨ ਤੇ ਨਮਸਕਾਰ ਕਰਕੇ। ਤੋ ਇਹ ਹੁਣ ਪ੍ਰਗਟ ਤੌਰ ਦੇ ਵਿੱਚ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੈ ਟੁੱਟੀ ਗੰਢੀ ਸਾਹਿਬ। ਤੇ ਇਸੇ ਤਰ੍ਹਾਂ ਜਿੱਥੇ ਰਕਾਬ ਟੁੱਟੀ ਸੀ ਉੱਥੇ ਵੀ ਮਹਾਰਾਜ ਦਾ ਸਥਾਨ ਸ਼ੋਭਾ ਪਾਉਂਦਾ। ਜਿੱਥੇ ਸਿੰਘਾਂ ਨੇ ਉਹ ਨੀਵੇਂ ਥਾਂ ਦੇ ਉੱਤੇ ਚਾਦਰੇ ਪਾਏ ਸੀ ਨਾ ਬੇੜੀਆਂ ਉੱਤੇ, ਤੇ ਉਹ ਦੂਰੋਂ ਲੱਗਦਾ ਸੀ ਵੀ ਤੰਬੂ ਲੱਗੇ ਹੋਏ ਆ ਖਾਲਸੇ ਦੇ ਪਤਾ ਨਹੀਂ ਕਿੰਨੇ ਦਾ। ਉੱਥੇ ਗੁਰਦੁਆਰਾ ਤੰਬੂ ਸਾਹਿਬ ਸ਼ੋਭਾ ਪਾਉਂਦਾ। ਉਹ ਸਾਰਾ ਇਤਿਹਾਸ ਗੁਰੂ ਕੇ ਖਾਲਸੇ ਨੇ ਸਾਂਭਿਆ ਹੋਇਆ, ਸਾਰੇ ਅਸਥਾਨ ਸ਼ੋਭਾ ਪਾਉਂਦੇ। ਜਿੱਥੇ ਤੰਬੂਆਂ ਦਾ ਉਹਨਾਂ ਨੂੰ ਭੁਲੇਖਾ ਪਾਇਆ ਸੀ ਉੱਥੇ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ। ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ, ਟੁੱਟੀ ਗੰਢੀ ਸਾਹਿਬ ਹੈ। ਤਾਂ ਇਹ ਮਹਿਮਾ ਜੋ ਸਤਿਗੁਰੂ ਜੀ ਨੇ ਕੀਤੀ ਉਹ ਸ੍ਰੀ ਮੁਕਤਸਰ ਸਾਹਿਬ ਦੀ ਤੇ 40 ਮੁਕਤਿਆਂ ਸਿੰਘਾਂ ਦੀ ਮਹਾਨ ਮਹਿਮਾ ਸੰਸਾਰ ਦੇ ਵਿੱਚ ਭਲੀ ਪ੍ਰਕਾਰ ਪ੍ਰਗਟ ਹੋ ਰਹੀ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਉੱਥੇ ਆਪ ਖਲੋ ਕਰਕੇ 40 ਸਿੱਖਾਂ ਦਾ ਅੰਤਮ ਸੰਸਕਾਰ ਕੀਤਾ। ਜਦੋਂ ਮਹਾਰਾਜ ਭਾਈ ਮਹਾ ਸਿੰਘ ਸਮੇਤ ਸਾਰੇ ਸਾਥੀਆਂ ਸਿੰਘਾਂ ਦਾ ਸੰਸਕਾਰ ਕਰਵਾ ਰਹੇ ਸੀ ਨਾ,
ਤੇ ਆਪਣੀ ਮੁਖ ਤੋਂ ਵਰਦਾਨ ਦੇ ਰਿਹਾ ਸੀ ਉਸ ਧਰਤੀ ਨੂੰ। ਉਸ ਵੇਲੇ ਗੁਰੂ ਕੀ ਸੰਗਤ ਦਾ ਇੱਕ ਸਿੰਘ ਆਇਆ ਹੈ, ਹੱਥ ਜੋੜ ਕੇ ਬੇਨਤੀ ਕੀਤੀ ਉਸ ਸਿੰਘ ਨੇ। ਮਹਾਰਾਜ ਸਿੰਘ ਤਾਂ ਜਿੰਨੇ ਸ਼ਹੀਦ ਹੋਏ ਸੀ ਉਹਨਾਂ ਦਾ ਆਪਾਂ ਸੰਸਕਾਰ ਕਰ ਰਹੇ ਹਾਂ, ਪਰ ਇੱਕ ਮਾਈ ਵੀ ਡਿੱਗੀ ਪਈ ਹੈ ਵਿੱਚ, ਇੱਕ ਮਾਈ ਵੀ ਹੈ, ਨਾਰ ਪਰੀ ਇੱਕ ਥਾਂ ਹੈ, ਇੱਕ ਇਸਤਰੀ ਜਾਮਾ ਹੈ ਤੇ ਉਹ ਵੀ ਮਹਾਰਾਜ ਤੁਰਕਾਂ ਦੇ ਵਿੱਚ ਇੱਕ ਥਾਂ ਤੇ ਪਈ ਹੋਈ ਹੈ। ਤੇ ਮਹਾਰਾਜ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵੀ ਤੁਰਕਾਂ ਦੇ ਨਾਲ ਲੜੀ ਹੈ, ਕਿਉਂਕਿ ਉਸ ਮਾਈ ਦੇ ਬੀਬੀ ਦੇ ਸਰੀਰ ਉੱਤੇ ਕਈ ਫੱਟ ਲੱਗੇ ਹੋਏ, ਕਈ ਜ਼ਖਮ ਲੱਗੇ ਹੋਏ ਸਰੀਰ ਦੇ ਵਿੱਚ, ਤੇ ਖੂਨ ਵਗ ਰਿਹਾ ਉਸ ਬੀਬੀ ਦੇ ਸਰੀਰ ਵਿੱਚੋਂ। ਪਰ ਮਹਾਰਾਜ ਜਿਉਂਦੀ ਹੈ, ਉਹ ਬਹੁਤੀ ਬੇਬਲ ਨਹੀਂ ਹੈ, ਬਹੁਤੀ ਉਹ ਵਿਆਕੁਲ ਨਹੀਂ ਹੈ, ਭਾਵ ਉਹਦੇ ਜ਼ਖਮ ਤਾਂ ਲੱਗੇ ਆ ਪਰ ਉਹ ਜਿਉਂਦੀ ਹੋਈ ਹੈ। ਇਹ ਸਤਿਗੁਰੂ ਜੀ, ਪ੍ਰਭੂ ਜੀ, ਆਪ ਜੀ ਉਸ ਮਾਈ ਨੂੰ ਵੇਖੋ, ਉਸ ਬੀਬੀ ਨੂੰ ਵੇਖੋ ਜਿਹੜੀ ਫੱਟੜ ਹੋਈ ਪਈ ਹੈ, ਸਿੱਖੀ ਜਾਮਾ ਹੈ, ਇਹਨਾਂ ਸਿੰਘਾਂ ਦੇ ਨਾਲ ਹੀ ਆਈ ਹੈ ਉਹ ਵੀ। ਇਸ ਤਰ੍ਹਾਂ ਲੱਗਦਾ ਹੈ ਉਹਨੇ ਬਹੁਤਾ ਤੁਰਕਾਂ ਨਾਲ ਯੁੱਧ ਕੀਤਾ ਹੈ। ਸਤਿਗੁਰੂ ਦੇ ਅੰਤਰਜਾਮੀ ਉਹ ਸਿੰਘ ਤੋਂ ਸੁਣ ਕੇ ਤੇ ਹੌਲੀ ਹੌਲੀ ਮਹਾਰਾਜ ਮੁਸਕਰਾਏ, ਤੇ ਥੋੜਾ ਥੋੜਾ ਹੱਸੇ ਗੁਰੂ ਕਲਗੀਧਰ ਪਾਤਸ਼ਾਹ। ਕਹਿਣ ਲੱਗੇ, ਚੱਲ ਸਿੱਖਾ, ਕਿੱਥੇ ਆ ਬੀਬੀ ਡਿੱਗੀ ਪਈ, ਚੱਲ ਚੱਲੀਏ ਉਹਦੇ ਕੋਲ। ਉਹ ਸਿੱਖ ਨੂੰ ਅੱਗੇ ਕਰਕੇ ਮਹਾਰਾਜ ਪਿੱਛੇ ਚੱਲੇ। ਅਗਲੇ ਪਾਸੇ ਝਾੜੀਆਂ ਦੇ ਵਿੱਚ ਪਈ ਹੈ ਤੇ ਉਹਦੇ ਬਸਤਰ ਫਟੇ ਹੋਏ ਆ। ਬੜਾ ਰੌਲਾ ਪਾਇਆ ਇਹ ਪਿੱਛੇ ਜੇ ਮਾਈ ਭਾਗ ਕੌਰ ਨੇ ਬਸਤਰ ਹੀ ਨਹੀਂ ਪਾਏ। ਇੱਥੇ ਆਇਆ ਪੱਟ ਫਟੇ ਕਿ ਉਹਦੇ ਕੱਪੜੇ ਫਟੇ ਸੀ, ਤੇ ਪਾਟ ਜਾਣੇ ਕੋਈ ਇਹ ਵੱਡੀ ਗੱਲ ਤਾਂ ਨਹੀਂ, ਜੰਗ ਕਰਦਿਆਂ ਕੱਪੜੇ ਪਾਟ ਹੀ ਜਾਂਦੇ। ਜਿਸ ਵੇਲੇ ਉਹ ਯੁੱਧ ਕਰਕੇ ਲੜੀ ਹੈ, ਯੁੱਧ ਉਹਨੇ ਕੀਤਾ ਤੁਰਕਾਂ ਨਾਲ ਲੜੀ ਹੈ, ਤੇ ਉਸ ਵੇਲੇ ਜਦੋਂ ਹਥਿਆਰ ਚੱਲੇ, ਮਾਈ ਨੇ ਵੀ ਵਰਸ਼ਾ ਚਲਾਇਆ ਤੇ ਅੱਗੋਂ ਵੀ ਚੱਲੇ, ਤੇ ਉਸ ਵੇਲੇ ਫਿਰ ਕੱਪੜੇ ਪਾਟੇ ਮਾਈ ਦੇ, ਜੰਗ ਕਰਦਿਆਂ ਪਾਟੇ। ਇਸ ਕਰਕੇ ਝਾਰਨ ਬੀਚ ਪਰੀ ਪੱਟ ਫੱਟੇ, ਉਂਝ ਫਟੇ ਹੀ ਬਣਦਾ ਵਾ, ਪਰ ਛੰਦ ਦੇ ਚਾਰ ਦੇ ਨਾਲ ਅਦਕ ਲਾਇਆ ਹੋਇਆ ਭਾਈ ਸਾਹਿਬ ਨੇ, ਭਾਈ ਵੀਰ ਸਿੰਘ ਜੀ ਨੇ। ਸੋ ਇਹ ਸਾਰੀ ਇਹਦੀ ਲਿਖਤ ਜਿਹੜੀ ਹੈ, ਲਿਖਤ ਤਾਂ ਭਾਈ ਸੰਤੋਖ ਸਿੰਘ ਜੀ ਦੀ ਹੈ, ਪਰ ਇਹਦੀ ਸਾਰੀ ਤਰਤੀਬ ਔਰ ਮਹਿੰਗੇ ਪਦਾਂ ਦੇ ਅਰਥ ਤੇ ਇਹ ਸਾਰੀ ਜਿਹੜੀ ਵਿਉਂਤਬੰਦੀ ਉਹ ਭਾਈ ਸਾਹਿਬ ਪਦਮ ਭੂਸ਼ਣ ਡਾਕਟਰ ਵੀਰ ਸਿੰਘ ਜੀ ਨੇ ਕੀਤੀ। ਝਾਰਨ ਬੀਜ ਪਰੀ ਪੱਟ ਫੱਟੇ, ਤਾਂ ਕਹਿੰਦੇ ਵੀ ਝਾੜੀਆਂ ਦੇ ਵਿੱਚ ਪਈ ਹੋਈ ਹੈ ਤੇ ਕੱਪੜੇ ਪਾਟੇ ਹੋਏ ਹਨ, ਤੇ ਕਈ ਸ਼ਸਤਰਾਂ ਦੇ ਵਾਰ ਲੱਗੇ ਆ ਇਸ ਬੀਬੀ ਦੇ, ਤੇ ਪਲ ਨਾਮ ਹੈ ਮਾਸ ਦਾ, ਇਹਦਾ ਮਾਸ ਵੀ ਕੱਟਿਆ ਹੋਇਆ। ਭਾਵ ਥਾਵਾਂ ਥਾਵਾਂ ਤੇ ਜਦੋਂ ਹਥਿਆਰ ਵੱਜੇ, ਕਿਰਪਾਨਾਂ ਦੇ, ਬਰਸ਼ਿਆਂ, ਨੇਜਿਆਂ ਦੇ ਵਾਰ ਹੋਏ ਤੇ ਮਾਸ ਪਾਟਿਆ ਹੋਇਆ, ਜ਼ਖਮ ਹੋਏ ਆ ਸਰੀਰ ਦੇ ਉੱਤੇ। ਇਸ ਮਾਈ ਕੋਲੇ ਜਾ ਕੇ ਸਤਿਗੁਰੂ ਜੀ ਖਲੋਤੇ ਤੇ ਸਤਿਗੁਰੂ ਜੀ ਨੇ ਵੇਖਿਆ ਤੇ ਮਹਾਰਾਜ ਫੇਰ ਮੁਸਕਰਾ ਰਹੇ ਆ ਮੁਖ ਤੋਂ। ਅੰਤਰਜਾਮੀ ਜਾਣਦੇ ਆ ਇਸ ਬੀਬੀ ਦੀ ਅੰਦਰ ਦੀ ਭਾਵਨਾ, ਬੀਬੀ ਆਈ ਕਿਸ ਤਰ੍ਹਾਂ ਸੀ ਤੇ ਇੱਥੇ ਕੀ ਕਾਰਨ ਬਣਿਆ ਅੱਗੇ। ਤੇ ਸ੍ਰੀ ਮੁਖ ਤੋਂ ਫਿਰ ਮੁਸਕਰਾ ਕਰਕੇ ਬਚਨ ਕੀਤਾ। ਮਹਾਰਾਜ ਕਹਿੰਦੇ ਵੀ ਪੁੱਤਰ ਲੈਣ ਵਾਸਤੇ ਪੀਰਾਂ ਕੋਲੇ ਆਈ ਸੀ, ਪੁੱਤਾਂ ਕਾਰਨ ਆਈ ਹੈ ਪੀਰੀ ਹੈ। ਇਹ ਮੁਰੀਦ ਮੁਰੀਦਨ, ਇਹ ਬੀਬੀ ਆਪਣੇ ਪੀਰਾਂ ਦੇ ਕੋਲੇ ਪੁੱਤਾਂ ਦੀ ਪ੍ਰਾਪਤੀ ਵਾਸਤੇ ਆਏ ਸੀ। ਤਾਂ ਉਸ ਵੇਲੇ ਇਹਨੇ ਵੀ ਇਹ ਸਹਿਤੀ ਨਾਮ ਹੈ ਬਰਸ਼ੀ ਦਾ, ਵੀ ਬਰਸ਼ਾ ਹੱਥ ਵਿੱਚ ਲੈ ਕਰਕੇ ਤੇ ਜਿਹੜੀ ਪੀੜ ਵਾ ਉਹ ਪ੍ਰਾਪਤ ਕਰ ਲਈ। ਵਾ ਪੁੱਤ ਹੋਵੇ ਮੇਰੇ ਘਰ ਵਿੱਚ, ਇਹ ਭਾਵਨਾ ਲੈ ਕਰਕੇ ਆਈ ਸੀ ਇਹ ਗੱਲ ਦੀ ਅਸੀਸ ਲੈਣ ਵਾਸਤੇ, ਗੁਰੂ ਜੀ ਦੀ ਬਖਸ਼ਿਸ਼ ਲੈਣ ਵਾਸਤੇ। ਪਰ ਮਹਾਰਾਜ ਕਹਿੰਦੇ ਤੂੰ ਆਈ ਤਾਂ ਪੁੱਤ ਲੈਣ ਵਾਸਤੇ ਸੀ, ਪਰ ਤੂੰ ਇਸ ਪੀੜਾ ਤੋਂ ਬੇਪੀੜ ਹੋ ਕਰਕੇ ਤੇ ਭਾਵ ਜੋ ਇਸਤਰੀ ਬਸਤਰ ਸੀ ਉਹਨਾਂ ਨੂੰ ਲਾਹ ਕਰਕੇ ਤੇ ਮਰਦਾਨਾ ਵੇਸ ਧਾਰਨ ਕਰ ਲਿਆ ਸੀ, ਤੇ ਹੱਥ ਵਿੱਚ ਬਰਸ਼ੀ ਲੈ ਲਈ ਤੇ ਬਰਸ਼ਾ ਲੈ ਕਰਕੇ ਫਿਰ ਜੰਗ ਕੀਤਾ ਸੀ ਵੀ ਹੁਣ ਪੁੱਤਰ ਤੇ ਜੇ ਜਿਉਂਦੀ ਰਹੀ ਤੇ ਫਿਰ ਇਹ ਬਾਅਦ ਵਿੱਚ ਵੇਖੀ ਜਾਊ, ਹੁਣ ਆਪਣੇ ਭਾਈਆਂ ਦੇ ਨਾਲ ਮਿਲ ਕਰਕੇ ਜੰਗ ਕਰ। ਇੱਥੇ ਇਹ ਸਾਰਾ ਜ਼ਿਕਰ ਆ ਗਿਆ
ਕਿ ਇਹ ਮਾਈ ਸੰਗਤ ਨਾਲ ਮਿਲ ਕੇ ਪੁੱਤਰ ਦੀ ਅਰਦਾਸ ਕਰਨ ਵਾਸਤੇ ਆਈ ਸੀ, ਬੇਨਤੀ ਕਰਨ ਵਾਸਤੇ ਆਈ ਸੀ। ਕੋਈ ਇਹ ਜੰਗ ਕਰਨ ਵਾਸਤੇ ਨਹੀਂ ਸੀ ਆਈ, ਇਹ ਸੰਗਤ ਦੇ ਵਿੱਚ ਪੁੱਤਰ ਪ੍ਰਾਪਤੀ ਕਰਨ ਵਾਸਤੇ ਆਈ ਸੀ। ਅੱਗੇ ਹੋਰ ਖੁਲਾਸਾ ਹੋ ਜਾਵੇਗਾ। ਇਸ ਤਰ੍ਹਾਂ ਕਹਿ ਕਰਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਇਸ ਮਾਈ ਜ਼ਖਮੀ ਹੋਈ ਬੀਬੀ ਵੱਲੇ ਜਦੋਂ ਮਹਾਰਾਜ ਨੇ ਤੱਕਿਆ ਤੇ ਜਿਹੜੇ ਜ਼ਖਮ ਹੋਏ ਸੀ ਨਾ ਸਰੀਰ ਦੇ ਉੱਤੇ, ਉਹਨਾਂ ਸਾਰਿਆਂ ਦੀ ਪੀੜ ਹੀ ਦੂਰ ਕਰ ਦਿੱਤੀ। ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਤੇ ਜੰਮਣ ਮਰਨ ਦੀ ਪੀੜ ਕੱਟ ਦਿੰਦੀ ਆ। ਤੇ ਮਹਾਰਾਜ ਸਾਹਿਬ ਮੌਜ ਦੇ ਮਾਲਕ ਆ। ਜਿਵੇਂ ਭਾਈ ਮਾਨ ਸਿੰਘ ਨੂੰ ਵੀ ਕਹਿੰਦੇ ਸੀ ਵੀ ਮਾਨ ਸਿੰਘਾ ਤੇਰੇ ਤੇ ਅਸੀਂ ਖੁਸ਼ ਹਾਂ, ਜੇ ਤੂੰ ਆਖੇ ਤੇ ਜਿਉਂਦਾ ਵੀ ਰੱਖ ਲੈਂਦੇ। ਇਹ ਗੁਰੂ ਸਾਹਿਬ ਦੇ ਹੱਥ ਵਿੱਚ ਆ, ਪ੍ਰਭ ਭਾਵੇ ਬਿਨ ਸਾਸ ਤੇਰਾ। ਹੁਣ ਇਹ ਮਾਈ ਦੇ ਸਰੀਰ ਉੱਤੇ ਬੜੇ ਜ਼ਖਮ ਲੱਗੇ ਪਏ ਸੀ, ਮਾਈ ਭਾਗ ਕੌਰ ਦੇ। ਤਾਂ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਇਮ ਕਹਿ ਕਰਨਾ ਦ੍ਰਿਸ਼ਟ ਨਿਹਾਰੀ ਤਨ ਘਾਵਣ ਕੀ ਪੀਰ ਬਿਦਾਰੀ। ਸਰੀਰ ਦੇ ਉੱਤੇ ਜ਼ਖਮਾਂ ਦੀ ਜਿਹੜੀ ਪੀੜ ਹੋ ਰਹੀ ਸੀ ਨਾ, ਉਹ ਸਾਰੇ ਪੀੜ ਹੀ ਦੂਰ ਕਰ ਦਿੱਤੇ। ਉੱਠ ਤੋਂ ਚੱਲੀ ਹੈ ਸੰਗ ਹਮਾਰੇ। ਹਮਾਰੇ ਕਹਿਣ ਲੱਗੇ ਕਿ ਤੂੰ ਉੱਠ ਤੇ ਸਾਡੇ ਨਾਲ ਚੱਲ। ਤੇ ਹੇ ਬੀਬੀ, ਜੋ ਤੇਰੇ ਮਨ ਦੇ ਮਨੋਰਥ ਸਾਰੇ ਪੂਰੇ ਕਰਾਂਗੇ, ਪੂਰੇ ਹੋ ਜਾਣਗੇ। ਫਿਰ ਜਦੋਂ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਨਾ ਮਾਈ ਭਾਗ ਕੌਰ ਦੀ, ਇਹ ਸਾਧ ਸੰਗਤ ਜੀ ਝਬਾਲ ਦੇ ਚੌਧਰੀ ਭਾਈ ਲਲਾ ਜੀ, ਉਹਨਾਂ ਦੇ ਭਰਾ ਹੋਏ ਭਾਈ ਪੈਰੋ ਸ਼ਾਹ ਜੀ। ਭਾਈ ਪੈਰੋ ਸ਼ਾਹ ਦੀ ਸੁਪੁੱਤਰੀ ਸੀ ਬੀਬੀ ਭਾਗ ਕੌਰ। ਤਾਂ ਮਹਾਰਾਜ ਸਾਹਿਬ ਜੀ ਨੂੰ ਫਿਰ ਉੱਠ ਕੇ ਵੰਦਨਾ ਕੀਤੀ, ਮੱਥਾ ਟੇਕਿਆ। ਜਦੋਂ ਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਏ, ਫਿਰ ਬਹੁਤ ਹੀ ਆਨੰਦ ਦੇ ਸਹਿਤ ਹੋ ਕਰਕੇ ਬੇਨਤੀ ਕੀਤੀ। ਮਹਾਰਾਜ ਜਦੋਂ ਮਾਝੇ ਦੇ ਵਿੱਚੋਂ ਸਿੱਖਾਂ ਦਾ ਬਹੁਤਾ ਵੱਡਾ ਜਥਾ ਚੱਲਿਆ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਬੜਾ ਵੱਡਾ ਇਕੱਠ ਹੋਇਆ ਮਾਝੇ ਵਿੱਚ, ਤੇ ਸਾਰੇ ਇਕੱਠੇ ਹੋਏ ਕਿ ਆਪ ਜੀ ਦੇ ਦਰਸ਼ਨ ਕਰਨ ਜਾਣਾ ਹੈ। ਮਹਾਰਾਜ ਉਸ ਵੇਲੇ ਮੈਂ ਆਪਣੇ ਹਿਰਦੇ ਵਿੱਚ ਪੁੱਤਰ ਦੀ ਆਸਾ ਧਾਰਨ ਕਰਕੇ ਕਿ ਏਡਾ ਵੱਡਾ ਸੰਗਤ, ਏਡਾ ਵੱਡਾ ਜਥਾ ਸਾਡੇ ਇਲਾਕੇ ਦਾ ਚੱਲਿਆ, ਚੱਲ ਮੈਂ ਵੀ ਵਿੱਚ ਰਲ ਕੇ ਚਲੇਗਾ। ਮੈਂ ਉਸ ਵੇਲੇ ਮਹਾਰਾਜ ਪੁੱਤਰ ਦੀ ਆਸਾ ਹਿਰਦੇ ਵਿੱਚ ਧਾਰਨ ਕਰਕੇ ਪਹੁੰਚੀ ਆਏ ਹਮਾਰੇ ਪਾਸਾ। ਫਿਰ ਮਹਾਰਾਜ ਮੈਂ ਆਪ ਜੀ ਦੇ ਪਾਸ ਆ ਪਹੁੰਚੀ, ਇਹ ਨਾਲ ਦੇ ਭਰਾਵਾਂ ਸਿੰਘਾਂ ਦੇ ਜਥੇ ਵਿੱਚ ਮਿਲ ਕਰਕੇ। ਜਦੋਂ ਇੱਥੇ ਆਏ ਤੇ ਇੱਥੇ ਮਹਾਰਾਜ ਆਗੂਆਂ ਨੇ ਬਦਾਵਾ ਲਿਖ ਦਿੱਤਾ, ਕਾਰਨ ਬਣ ਗਿਆ। ਫਿਰ ਮਹਾਰਾਜ ਜਿਹੜੇ ਬੇਵਕੂਫ ਹੋਏ ਉਹ ਪਛਾਣ ਨੂੰ ਚਲੇ ਗਏ। ਭਾਈ ਮਹਾ ਸਿੰਘ ਜੀ ਨੇ ਜਿਸ ਵੇਲੇ ਮੰਗਾਰਿਆ ਤੇ ਵਿੱਚੋਂ ਨਿਕਲੇ ਸਿੰਘ, ਤੇ ਉਸ ਵੇਲੇ ਮੈਂ ਵੀ ਇਹਨਾਂ ਦੇ ਨਾਲ ਮਹਾਰਾਜ ਰਲ ਕਰਕੇ ਇਹ ਇੱਥੇ ਕਾਰਨ ਬਣ ਗਿਆ ਲੜਾਈ ਦਾ। ਤੇ ਮਹਾਰਾਜ ਸਾਹਿਬ ਮੇਰਾ ਵੀ ਫਿਰ ਆਪ ਜੀ ਦੇ ਪਿਆਰ ਦੇ ਵਿੱਚ ਬਹੁਤ ਹੀ ਹਿਰਦਾ ਜਿਹੜਾ ਹੈ ਉਮਕਿਆ, ਹਿਰਦੇ ਦੇ ਵਿੱਚ ਉਤਸ਼ਾਹ ਪੈਦਾ ਹੋਇਆ। ਫਿਰ ਮਹਾਰਾਜ 40 ਸਿੰਘਾਂ ਦੇ ਨਾਲ ਮੈਂ ਮਿਲ ਕਰਕੇ ਇੱਥੇ ਹੀ ਮਹਾਰਾਜ ਫਿਰ ਮੈਂ ਵੀ ਤੁਰਕਾਂ ਦੇ ਨਾਲ ਲੜਾਈ ਬਚਾ ਦਿੱਤੀ। ਜਿੱਥੇ ਨਾਲ ਦੇ ਸਿੰਘਾਂ ਨੇ, ਇਹਨਾਂ ਭਰਾਵਾਂ ਨੇ ਜੰਗ ਕੀਤਾ, ਉਹ ਕਹਿੰਦੇ ਵੀ ਇਸ ਵੇਲੇ ਜਦੋਂ ਇਹ ਜੰਗ ਕਰਨ ਲੱਗੇ ਤੇ ਮੈਂ ਵੀ ਫਿਰ ਆਖਿਆ ਵੀ ਮੈਂ ਕਿਉਂ ਬੇਵਕੂਫ ਹੋ ਕੇ ਪਛਾਣ ਨੂੰ ਜਾਵਾਂ, ਮੈਂ ਵੀ ਇਹਨਾਂ ਨਾਲ ਮਿਲ ਕਰਕੇ ਇੱਥੇ ਹੀ ਜੰਗ ਕਰਾਂ। ਇਸ ਕਰਕੇ ਆਈ ਤਾਂ ਪੁੱਤਰ ਦੀ ਆਸਾ ਲੈ ਕੇ ਸੀ, ਪਰ ਇੱਥੇ ਕਾਰਨ ਬਣ ਗਿਆ ਜਦੋਂ ਪੰਚਾਇਤ ਨੇ, ਆਗੂਆਂ ਨੇ ਬਦਾਵਾ ਲਿਖ ਦਿੱਤਾ ਰਾਮੇ ਵਾਲੇ ਪਿੰਡ ਦੇ ਅਗਲੇ ਪਾਸੇ, ਤੇ ਫਿਰ ਸਿੰਘਾਂ ਨਾਲ ਮਿਲ ਕਰਕੇ ਵੀ ਮੈਂ ਸਿਦਕ ਨਹੀਂ ਛੱਡਣਾ, ਸਿੱਖੀ ਨਹੀਂ ਛੱਡਣੀ, ਭਾਵੇਂ ਮੈਂ ਇਸਤਰੀ ਹਾਂ, ਇਸਤਰੀ ਜਾਮਾ ਮੇਰਾ, ਪਰ ਮੈਂ ਵੀ ਆਪਣੇ ਭਰਾਵਾਂ ਸਿੰਘਾਂ ਦੇ ਨਾਲ ਮਿਲ ਕਰਕੇ ਜੰਗ ਕਰਾਂਗੇ। ਫਿਰ ਇੱਥੇ ਮਹਾਰਾਜ ਤੁਰਕਾਂ ਨਾਲ ਲੜਾਈ ਮਚਾ ਦਿੱਤੀ ਸਿੰਘਾਂ ਨਾਲ ਮਿਲ ਕੇ। ਮਹਾਰਾਜ ਮੇਰੇ ਹੱਥ ਵਿੱਚ ਫਿਰ ਵੱਡੀ ਬਰਸ਼ੀ ਸੀ, ਵੱਡਾ ਬਰਸ਼ਾ, ਇਹਦੇ ਨਾਲ ਫਿਰ ਮੈਂ ਜੰਗ ਕੀਤਾ। ਜਦੋਂ ਮਹਾਰਾਜ ਦੁਸ਼ਮਣ ਮੇਰੇ ਨੇੜੇ ਆ ਕੇ ਢੁੱਕੇ, ਇਹ ਜਿਹੜਾ ਵੱਡਾ ਬਰਸ਼ਾ ਸੀ ਮੇਰੇ ਕੋਲੇ, ਫਿਰ ਮਹਾਰਾਜ ਮੈਂ ਬਲ ਦੇ ਨਾਲ ਫਿਰ ਇਹ ਬਰਸ਼ੀ ਜਿਹੜੀ ਸੀ ਨਾ, ਇਹ ਫਿਰ ਮੈਂ ਛਾਤੀਆਂ ਦੇ ਵਿੱਚ ਮਾਰੀ, ਪਰੋ ਕੇ ਰੱਖ ਦਿੱਤੇ। ਬੜੀ ਤਕੜੀ ਸੀ ਬਲ ਵਾਲੀ ਮਾਈ ਭਾਗ ਕੌਰ। ਉਂਝ ਪੁਰਾਣੇ ਬਜ਼ੁਰਗ ਮਾਈ ਭਾਈ ਸਾਰੇ ਹੀ ਤਕੜੇ ਹੁੰਦੇ ਸੀ। ਅੱਗੇ ਤੋਂ ਅੱਗੇ ਤਾਂ ਕੰਮ ਘਟਦਾ ਹੀ ਜਾਂਦਾ, ਸਾਰਾ ਕੁਝ ਘਟਦਾ ਜਾਂਦਾ।
ਉਮਰਾਂ ਵੀ ਘਟਦੀਆਂ ਜਾਂਦੀਆਂ, ਸਰੀਰਕ ਬਲ ਵੀ ਘਟਦੇ ਜਾਂਦੇ, ਬੁੱਧੀਆਂ ਵੀ ਘਟਦੀਆਂ ਜਾਂਦੀਆਂ, ਸਹਿਣ ਸ਼ਕਤੀਆਂ ਵੀ ਘਟਦੀਆਂ ਜਾਂਦੀਆਂ, ਸਾਰਾ ਕੁਝ ਹੀ ਘਟਦਾ ਜਾਂਦਾ। ਇਹ ਤਾਂ ਵਾਹਿਗੁਰੂ ਜਾਣੇ ਕੀ ਕੌਤਕ ਆ ਮਹਾਰਾਜ ਦਾ। ਪਰ ਸਾਰਾ ਕੁਝ ਘਟਦਾ ਜਾਂਦਾ। ਵੇਖੋ ਛੋਟੀ ਛੋਟੀ ਉਮਰ 'ਚ ਹੀ ਧੌਲੇ ਆ ਜਾਂਦੇ, ਖੁਰਾਕਾਂ ਵੀ ਘਟਦੀਆਂ ਜਾਂਦੀਆਂ, ਘਟਦੀਆਂ ਵੀ ਜਾਂਦੀਆਂ ਤੇ ਜ਼ਹਿਰੀਲੀਆਂ ਵੀ ਬਣੀ ਜਾਂਦੀਆਂ। ਇੰਨੀ ਖਾਦ, ਕਹਿੰਦੇ ਇੱਕ ਬੋਰਾ ਹੋਰ ਸੁੱਟ ਦੋ ਝਾੜ ਜ਼ਿਆਦਾ ਹੋਊਗਾ, ਭਾਵੇਂ ਅਗਲੀਆਂ ਸਮਾਪਤੀ ਹੋ ਜਾਣ ਕੀੜੀਆਂ। ਪਾਣੀ ਜ਼ਹਿਰੀਲਾ, ਫਸਲਾਂ ਜ਼ਹਿਰੀਲੀਆਂ, ਖਾਣਾ ਪੀਣਾ ਸਭ ਜ਼ਹਿਰ ਵਾਲਾ ਬਣਦਾ ਜਾਂਦਾ। ਵਾਤਾਵਰਨ ਹੀ ਇਸ ਤਰ੍ਹਾਂ ਦਾ ਹੋ ਗਿਆ, ਮਾਹੌਲ ਹੀ ਇਸ ਤਰ੍ਹਾਂ ਦਾ ਹੋ ਗਿਆ। ਤੇ ਪੁਰਾਣੇ ਬਜ਼ੁਰਗ ਕਿੱਡੀਆਂ ਕਿੱਡੀਆਂ ਉਮਰਾਂ ਵੀ ਤਕੜੀਆਂ, ਸਰੀਰ ਵੀ ਤਗੜੇ ਸੀ। ਮਾਈ ਭਾਗ ਕੌਰ ਦੀ ਗੱਲ ਆ ਰਹੀ ਹੈ ਤੇ ਅੱਜ ਵੀ ਗੁੰਗਾ ਹੈ ਹਜ਼ੂਰ ਸਾਹਿਬ ਮਾਈ ਭਾਗ ਕੌਰ ਦਾ। ਤੇ ਮਾਤਾ ਜੀ ਦੀ ਜਿਹੜੀ ਬੰਦੂਕ ਹੈ ਨਾ ਮਾਈ ਭਾਗ, ਉਹ ਕਮਰੇ 'ਚ ਟੇਢੀ ਕਰਕੇ ਲੱਗੀ ਹੋਈ ਹੈ, ਟੇਢੀ ਕਰਕੇ ਏਡੀ ਲੰਮੀ ਹੈ। ਉਹਨੂੰ ਇਕੱਲਾ ਬੰਦਾ ਤੇ ਚੁੱਕ ਨਹੀਂ ਸਕਦਾ ਅੱਜ ਦੇ ਸਮੇਂ। ਜੇ ਚੁੱਕੂ ਤਾਂ ਪੂਰੇ ਜ਼ੋਰ ਨਾਲ ਚੁੱਕੂਗਾ। ਉਹ ਚੁੱਕਣੀ ਔਖੀ, ਚਲਾਉਣੀ ਪਈ ਹੈ ਤੇ ਮਾਈ ਚਲਾਉਂਦੀ ਰਹੀ। ਤੇ 18 ਸ਼ੇਰ ਦੇ ਖੰਡੇ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸੂਰਬੀਰਾਂ ਦੇ। ਤਾਂ ਇਸ ਤਰੀਕੇ ਦੇ ਨਾਲ ਉਹ ਮਾਈ ਕਹਿੰਦੀ ਕਿ ਫਿਰ ਮੈਂ ਹੁਣ ਬਰਛੀ ਦੱਸ ਰਹੀ ਆ, ਆਪਾਂ ਤੇ ਉਹਨੂੰ ਵੱਡਾ ਬਰਛਾ ਹੀ ਕਹਾਂਗੇ। ਮਾਈ ਦੇ ਹਿਸਾਬ ਕਿਤਾਬ ਨਾਲ ਉਹ ਬਰਛੀ ਸੀ ਉਹਦੇ ਸਾਹਮਣੇ। ਕਹਿੰਦੀ ਮਹਾਰਾਜ ਮੇਰੇ ਕੋਲੇ ਬਰਛੀ ਸੀ, ਇਹਦੇ ਨਾਲ ਫਿਰ ਤੁਰਕਾਂ ਦੀਆਂ ਛਾਤੀਆਂ ਭਰੋਈਆਂ। ਮਹਾਰਾਜ ਬਰਛੀ ਨਾਲ ਮੈਂ ਭਾਵੇਂ ਪੈਦਲ ਸੀ, ਘੋੜੇ ਚੜ੍ਹਿਆ ਨੂੰ ਛਾਤੀਆਂ ਭਰੋ ਕੇ ਉੱਤੋਂ ਸੁੱਟੇ ਥੱਲੇ। ਘੋੜੇ ਉੱਤੋਂ ਹੀ ਛਾਤੀ ਭਰੋ ਕੇ ਥੱਲੇ ਸੁੱਟਦੀ ਸਾਂ। ਫਿਰ ਮਹਾਰਾਜ ਹੋਰ ਆ ਜਾਂਦੇ ਸੀ, ਉਹ ਕਿਰਪਾਨ ਖਿੱਚ ਕੇ ਮੇਰੇ ਤੇ ਵਾਰ ਕਰ ਦਿੰਦੇ ਸੀ। ਇਸੇ ਤਰ੍ਹਾਂ ਤੁਰਕ ਆ ਗਿਆ, ਉਹਨੇ 1-2 ਵਾਰ ਬੜੇ ਜ਼ੋਰ ਨਾਲ ਕੀਤੇ ਮੇਰੇ ਉੱਤੇ। ਪਰ ਮਹਾਰਾਜ ਆਪ ਜੀ ਦੀ ਕਿਰਪਾ, ਤੁਸੀਂ ਹੱਥ ਦੇ ਕੇ ਬਚਾ ਲਿਆ ਮੈਨੂੰ। ਮਹਾਰਾਜ ਜਦੋਂ ਘਰੋਂ ਚੱਲੇ ਸੀ ਉਦੋਂ ਤੇ ਪੁੱਤਰ ਦੀ ਇੱਛਾ ਸੀ ਮੇਰੇ ਹਿਰਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਪੁੱਤਰ ਮੰਗਾਂਗੇ। ਪਰ ਉਹਨਾਂ ਜੰਗ ਕਰਨ ਤੋਂ ਬਾਅਦ ਮੇਰੇ ਮਨ 'ਚੋਂ ਮਹਾਰਾਜ ਇੱਛਾ ਹੀ ਮੁੱਕ ਗਈ। ਹੁਣ ਕੋਈ ਮੇਰੇ ਮਨ ਦੀ ਇੱਛਾ ਨਹੀਂ ਰਹਿ ਗਈ ਹੈ। ਮਹਾਰਾਜ ਮੇਰੀ ਹੁਣ ਭਾਵਨਾ ਵੀ ਮੈਂ ਸਤਿਗੁਰੂ ਜੀ ਆਪ ਜੀ ਦੇ ਨਾਲ ਹੀ ਰਵਾਂ ਤੇ ਨਿੱਤਾ ਪ੍ਰਤੀ ਆਪ ਜੀ ਦੇ ਨਾਲ ਹੀ ਰਹਾਂ। ਸੰਸਾਰ ਦੀ ਜਿਹੜੀ ਕਾਣ ਕਨੌੜ ਆ ਉਹ ਮੈਂ ਸਾਰੀ ਛੱਡ ਕਰਕੇ, ਲੋਕ ਲਾਜ ਸਾਰੀ ਛੱਡ ਕੇ ਮੈਂ ਆਪ ਜੀ ਦੀ ਸੰਗਤ ਵਿੱਚ ਰਹਿਣਾ ਚਾਹੁੰਦੀ ਹਾਂ। ਫਿਰ ਖੁਸ਼ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਈ ਭਾਗ ਕੌਰ ਵਾਸਤੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਬੀਬੀ ਭਾਗ ਕੌਰ, ਤੂੰ ਆਪਣੇ ਹਿਰਦੇ ਵਿੱਚ ਬੜਾ ਚੰਗਾ ਮਨੋਰਥ ਧਾਰਨ ਕੀਤਾ। ਤੇਰੇ ਹਿਰਦੇ ਦੀ ਭਾਵਨਾ ਬੜੀ ਸ੍ਰੇਸ਼ਟ ਹੈ, ਕਿਉਂਕਿ ਮਹਾਰਾਜ ਦੇ ਨਾਲ ਰਹਿਣਾ ਚਾਹੁੰਦੀ, ਸੇਵਾ 'ਚ ਹਾਜ਼ਰ ਹੋਣਾ ਚਾਹੁੰਦੀ ਹੈ। ਆਖਿਆ ਮਾਈ ਭਾਗ ਕੌਰ, ਹੁਣ ਤੇਰਾ ਜਨਮ ਮਰਨ ਨਹੀਂ ਹੋਵੇਗਾ, ਤੂੰ ਜਨਮ ਮਰਨ ਤੋਂ ਹੁਣ ਛੁੱਟ ਜਾਵੇਂਗੀ। ਕਿਉਂਕਿ ਤੂੰ ਲੋਕ ਲਾਜ ਤਿਆਗ ਦਿੱਤੀ। ਜਿੰਨਾ ਚਿਰ ਬੰਦਾ ਲੋਕ ਲਾਜ ਵਿੱਚ ਚੱਲਦਾ, ਉਹਨਾਂ ਚਿਰ ਕਈ ਵਾਰੀ ਗੁਰੂ ਸਾਹਿਬ ਦਾ ਸਾਥ ਛੱਡ ਦਿੰਦਾ, ਗੁਰੂ ਕੀ ਸਿੱਖੀ ਛੱਡ ਦਿੰਦਾ, ਗੁਰੂ ਦਾ ਨਾਮ ਬਾਣੀ ਬਾਣਾ ਛੱਡ ਦਿੰਦਾ। ਕਹਿੰਦਾ ਕੀ ਕਰੀਏ, ਲੋਕਾਂ ਨੂੰ ਵੀ ਖੁਸ਼ ਕਰਨਾ ਪਏਗਾ। ਪਰ ਜਿਹੜੇ ਸਿੱਖੀ ਵਾਲੇ ਚੱਲਦੇ ਆ ਉਹ ਫਿਰ ਲੋਕ ਲਾਜ ਛੱਡ ਦਿੰਦੇ ਆ ਵੀ ਜੇ ਲੋਕ ਰਾਜੀ ਇਹਨਾਂ ਕਿੱਥੇ ਰਾਜੀ ਹੋਣਾ। ਤੇ ਗੁਰੂ ਸਾਹਿਬ ਦੀ ਸਿੱਖਿਆ 'ਚ ਚੱਲੀਏ, ਮਹਾਰਾਜ ਦੇ ਹੁਕਮ 'ਚ ਚੱਲੀਏ, ਭਾਣੇ 'ਚ ਚੱਲੀਏ। ਸਤਿਗੁਰੂ ਕਹਿੰਦੇ ਤੂੰ ਲੋਕ ਲਾਜ ਛੱਡ ਦਿੱਤੀ ਆ, ਇਸ ਕਰਕੇ ਤੇਰਾ ਹੁਣ ਜਨਮ ਮਰਨ ਨਹੀਂ ਹੋਵੇਗਾ। ਇਸ ਪ੍ਰਕਾਰ ਦੀ ਸਾਰੀ ਕਿਰਤ ਕਰਕੇ ਮਹਾ ਸਿੰਘ ਦੇ ਭਾਈ ਮਹਾ ਸਿੰਘ ਜੀ ਦੀ ਮਹਾਰਾਜ ਨੇ ਫੇਰ ਗੱਲ ਚੇਤੇ ਕੀਤੀ ਹੈ। ਕਲਗੀਧਰ ਪਾਤਸ਼ਾਹ ਹਿਰਦੇ 'ਚ ਵਿਚਾਰ ਰਿਹਾ ਕਿ ਭਾਈ ਮਹਾ ਸਿੰਘ ਨੇ ਪਰਉਪਕਾਰ ਕੀਤਾ ਹੈ ਕਿ ਅਸੀਂ ਕਿੰਨੀ ਵਾਰੀ ਭਾਈ ਮਹਾ ਸਿੰਘ ਨੂੰ ਆਖਿਆ ਕਿ ਤੂੰ ਆਪਣੇ ਵਾਸਤੇ ਕੁਝ ਮੰਗ ਲਾ, ਆਪਣੇ ਵਾਸਤੇ ਕੁਝ ਲੈ ਲਾ, ਕੋਈ ਲੋਕ ਦਾ ਪਦਾਰਥ ਲੈ ਲਾ, ਮਾਤ ਲੋਕ ਦਾ, ਉਮਰ ਲੰਮੀ ਕਰ ਦਿੰਦੇ ਆ, ਧਨ ਦੌਲਤ ਦੇ ਦਿੰਦੇ ਆ, ਕੋਈ ਪ੍ਰਲੋਕ ਦਾ ਸੁੱਖ ਸਹੂਲਤ ਲੈ ਲਾ।
ਪਰ ਆਪਣੇ ਵਾਸਤੇ ਉਹਨੇ ਕੁਝ ਨਹੀਂ ਮੰਗਿਆ। ਮੇਲ ਲਈ ਟੁੱਟੇ ਸਭ ਸੰਗਤ, ਭਾਈ ਮਹਾਂ ਸਿੰਘ ਨੇ ਪਰਉਪਕਾਰ ਕਰਕੇ ਜਿਹੜੀ ਟੁੱਟੀ ਹੋਈ ਸਾਰੀ ਸੰਗਤ ਸੀ ਨਾ, ਉਹਨੂੰ ਫੇਰ ਗੁਰੂ ਘਰ ਨਾਲ ਮੇਲ ਲਿਆ। ਭਏ ਪ੍ਰਵੇਸ਼ ਗੁਰੂ ਕੀ ਪੰਗਤ, ਉਹ ਜਿਹੜੇ ਟੁੱਟ ਗਏ ਸੀ ਸਿੱਖ, ਹੁਣ ਫੇਰ ਗੁਰੂ ਕੀ ਪੰਗਤ ਵਿੱਚ ਉਹਨਾਂ ਦੀ ਸਾਂਝ ਬਣ ਗਈ ਹੈ, ਉਹ ਮਿਲ ਗਏ ਹਨ। ਸੰਗੇ ਸਭਨ ਸੁਨਾਇਆ ਬਖਾਨਾ, ਤੇ ਸਾਰਿਆਂ ਸੰਗੀਆਂ ਨੂੰ ਮਹਾਰਾਜ ਸਾਹਿਬ ਜੀ ਨੇ ਸੁਣਾ ਕੇ ਬਚਨ ਕੀਤਾ। ਅਲੋਕਾਰ ਕੀਨ ਸਹਿਤ ਠਾਨਾ, ਸਤਿਗੁਰੂ ਕਹਿਣ ਲੱਗੇ ਭਾਈ ਮਹਾਂ ਸਿੰਘ ਨੇ ਬੜਾ ਚੰਗਾ ਕਾਰਜ ਕੀਤਾ ਹੈ ਪ੍ਰੇਮ ਦੇ ਨਾਲ। ਗੁਰ ਸਿੱਖੀ ਕੀ ਬਲ ਬੁਨਿਆਦ, ਜੋ ਗੁਰੂ ਕੀ ਸਿੱਖੀ ਦੀ ਵੱਡੀ ਬੁਨਿਆਦ ਸੀ, ਬਿਗੜੀ ਗਈ ਹੁੰਦੀ ਸੋ ਬਾਦ, ਤੇ ਬੜੀ ਵੱਡੀ ਗੱਲ ਵਿਗੜ ਗਈ ਸੀ ਸਿੱਖੀ ਦੀ। ਜਿਸ ਇਲਾਕੇ ਵਿੱਚ ਬਹੁਤ ਚਿਰ ਦੀ ਸਿੱਖੀ ਸੀ ਨਾ, ਤੇ ਹੁਣ ਉਹ ਆਗੂਆਂ ਕਰਕੇ, ਕੁਝ ਬੇਵਫਾਉਣੇ ਕਰਕੇ ਉਹ ਸਿੱਖੀ ਦੀ ਬਾਤ ਸਾਰੀ ਵਿਗੜ ਗਈ ਸੀ। ਮੋਰ ਮਿਲਨ ਕੋ ਵਕਤ ਨ ਕੋਈ, ਤੇ ਮਹਾਰਾਜ ਕਹਿੰਦੇ ਜੇ ਹੁਣੇ ਵਿਗੜੀ ਜਾਂਦੀ ਨਾ ਤੇ ਦੁਬਾਰਾ ਫਿਰ ਮਿਲਣ ਦਾ ਸਮਾਂ ਨਹੀਂ ਸੀ ਮਿਲਦਾ। ਨਾਲ ਦੇ ਸਾਥੀਆਂ ਨੂੰ ਕਹਿੰਦੇ ਫਿਰ ਦੁਬਾਰਾ ਇਹ ਸਿੱਖੀ ਦੀ ਸਾਂਝ ਟੁੱਟੀ ਹੋਈ ਜੁੜਨੀ ਨਹੀਂ ਸੀ। ਪ੍ਰਾਨ ਦੇਨ ਲੋ ਕਬ ਕ੍ਰਿਤ ਹੋਈ, ਫਿਰ ਮਹਾਰਾਜ ਕਹਿੰਦੇ ਇੱਥੋਂ ਠੀਕ ਕਿੱਥੇ ਇਹ ਕਿਰਤ ਹੋਣੀ ਸੀ, ਪ੍ਰਾਣ ਦੇਣ ਤੱਕ, ਪ੍ਰਾਣ ਤਿਆਗਣ ਤੱਕ ਦੀ ਕਾਰ ਕਦ ਹੋਣੀ ਸੀ। ਮੋਨੇ ਐਸੋ ਹੋਮਨ ਉਪਕਾਰੀ, ਫਿਰ ਐਸਾ ਉਪਕਾਰੀ ਹੋਣਾ ਕਿੱਥੇ ਹੋਣਾ ਸੀ। ਤਜ ਨਿਜ ਹਿਤ ਇਹ ਬਾਤ ਸਹਾਰੀ, ਇਹ ਤਾਂ ਭਾਈ ਮਹਾਂ ਸਿੰਘ ਨੇ ਪਰਉਪਕਾਰੀ ਬਣ ਕੇ ਆਪਣਾ ਨਿੱਜੀ ਹਿੱਤ ਛੱਡ ਕੇ ਤੇ ਸਿੱਖੀ ਦੀ ਟੁੱਟੀ ਹੋਈ ਸਵਾਰਨ ਵਾਸਤੇ, ਟੁੱਟੀ ਹੋਈ ਜਿਹੜੀ ਵਿਗੜੀ ਹੋਈ ਬਾਤ ਉਹਨੂੰ ਸੁਧਾਰਨ ਵਾਸਤੇ, ਟੁੱਟੀ ਹੋਈ ਸਾਂਝ ਨੂੰ ਜੋੜਨ ਵਾਸਤੇ ਇਹ ਉਪਕਾਰ ਕੀਤਾ ਹੈ। ਗੁਰ ਸਿੱਖੀ ਰੱਖੀ ਤਿਸ ਦੇਸ਼ੂ, ਮਹਾਰਾਜ ਕਹਿੰਦੇ ਇਸ ਕਰਕੇ ਭਾਈ ਮਹਾਂ ਸਿੰਘ ਦੇ ਕਹਿਣ ਕਰਕੇ ਉਸ ਦੇਸ਼ ਵਿੱਚ ਹੁਣ ਗੁਰਸਿੱਖੀ ਅਸੀਂ ਰੱਖੀ ਹੈ। ਤੇ ਕਦੀਮੀ ਸਿੱਖ ਅਸ਼ੇਸ਼ੂ, ਜੋ ਮੁੱਢ ਕਦੀਮ ਦੇ ਉਸ ਇਲਾਕੇ ਦੇ ਵਿੱਚ ਵੱਡੇ ਭਾਰੀ ਸਿੱਖ ਸਨ, ਵਿਸ਼ੇਸ਼ ਕਰਕੇ ਸ੍ਰੀ ਗੁਰੂ ਨਾਨਕ ਆਦਿਕ ਔਰ, ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਿੱਖੀ ਧਾਰਨ ਕੀਤੀ ਸੀ ਇਲਾਕੇ। ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੋਂ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ, ਕਿਉਂਕਿ ਆਦਿਕ ਆ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਆਦਿਕ ਵੱਡੇ ਗੁਰੂ ਸਾਹਿਬਾਂ ਤੋਂ ਸਿੱਖੀ ਪ੍ਰਾਪਤ ਕੀਤੀ ਸੀ। ਵਿਚਰੇ ਬਸੇ ਅਦਕ ਤਿਸ ਠੌਰ, ਗੁਰੂ ਸਾਹਿਬ ਜੀ ਉਸ ਇਲਾਕੇ ਵਿੱਚ ਵਿਚਰੇ ਵੀ, ਉੱਥੇ ਵਸੇ ਵੀ, ਬਹੁਤ ਲੰਮਾ ਸਮਾਂ ਉਸ ਇਲਾਕੇ ਵਿੱਚ ਉਸ ਜਗ੍ਹਾ 'ਚ ਰਹੇ ਸਤਿਗੁਰੂ ਜੀ। ਸਹੇ ਨਹੀਂ ਕਸਵੱਟੀ ਅਬ ਕੀ, ਪਰ ਉਸ ਇਲਾਕੇ ਦੀ ਇਹ ਸਿੱਖੀ ਜਿਹੜੀ ਹੁਣ ਵਾਲੀ ਸਾਡੀ ਕੱਸੀ ਹੋਈ ਕਸਵੱਟੀ ਨਹੀਂ ਸੀ ਸਹਿ ਸਕੀ, ਕਿਉਂਕਿ ਸਤਿਗੁਰੂ ਜੀ ਸਮੇਂ-ਸਮੇਂ ਤੇ ਕਸਵੱਟੀ ਕੱਸ ਦਿੰਦੇ ਸਿੱਖਾਂ ਦੀ, ਤੇ ਮਹਾਰਾਜ ਕਹਿੰਦੇ ਵੀ ਕਸਵੱਟੀ ਨਹੀਂ ਸਹਿ ਸਕੇ। ਖਾਰਜ ਸਿੱਖੀ ਕੀਨਸ ਤਬ ਕੀ, ਇਸ ਕਰਕੇ ਉਹ ਮੁੱਢ ਕਦੀਮ ਦੀ ਸਿੱਖੀ ਪਹਿਲੇ ਸਰੂਪ ਤੋਂ ਧਾਰਨ ਕੀਤੀ ਹੋਈ ਸਿੱਖੀ ਤੋਂ ਖਾਰਜ ਹੋ ਗਏ ਸਨ। ਮਹਾ ਸਿੰਘ ਬਨ ਮਹਾ ਸਿੰਘ ਅਬ, ਮਹਾਰਾਜ ਕਹਿੰਦੇ ਗੁਰਸਿੱਖੋ ਭਾਈ ਮਹਾਂ ਸਿੰਘ ਨੇ ਮਹਾਨ ਸਿੰਘ ਬਣ ਕੇ, ਦੋ ਵਾਰੀ ਮਹਾਂ ਸਿੰਘ ਆ ਗਿਆ। ਪਹਿਲਾ ਮਹਾਂ ਸਿੰਘ ਨਾਮ ਆ ਭਾਈ ਮਹਾਂ ਸਿੰਘ ਜੀ ਦਾ, ਅਗਲੇ ਮਹਾਂ ਸਿੰਘ ਦਾ ਅਰਥ ਹੈ ਮਹਾਨ ਸੂਰਮਾ ਸਿੰਘ ਬਣ ਕੇ, ਮਹਾਨ ਸਿੰਘ ਬਣ ਕੇ ਇਹ ਕਾਰਜ ਕੀਤਾ ਭਾਈ ਮਹਾਂ ਸਿੰਘ ਨੇ। ਬਦਲੇ ਦੇਸ਼ ਉਧਾਰ ਲਓ ਸਭ, ਤੇ ਬੇਨਤੀ ਕਰਕੇ ਤੇ ਸਾਡੇ ਤੋਂ ਵਰਦਾਨ ਲੈ ਕੇ ਸਾਰੇ ਦੇਸ਼ ਦਾ, ਇਲਾਕੇ ਦਾ ਹੀ ਉਧਾਰ ਕਰ ਦਿੱਤਾ ਜਿਹੜੇ ਸਿੱਖੀ ਤੋਂ ਟੁੱਟ ਗਏ ਸਨ। ਏਮ ਸ਼੍ਰੀ ਪ੍ਰਭ ਬਹੁ ਬਾਰ ਉਚਾਰੀ, ਇਸ ਤਰ੍ਹਾਂ ਇਹ ਗੱਲ ਸਤਿਗੁਰੂ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਵਾਰੀ ਇਹ ਬਚਨ ਕਹੇ। ਟੂਟੀ ਮੇਲਣ ਬਾਤ ਚਕਾਰੀ, ਇਹ ਟੁੱਟੀ ਹੋਈ ਸਿੱਖੀ ਦੀ ਸਾਂਝ ਨੂੰ ਮੇਲਣ ਵਾਲੀ ਗੱਲ ਨੂੰ ਵਾਰ-ਵਾਰ ਚੇਤੇ ਕੀਤਾ। ਭੂਤ ਭਵਿੱਖ ਵਿਚਾਰ ਪ੍ਰਸੰਗ, ਬੀਤ ਚੁੱਕੇ ਸਮੇਂ ਦੀ ਵਿਚਾਰ ਵੀ ਤੇ ਆਉਣ ਵਾਲੇ ਸਮੇਂ ਦੀ ਵਿਚਾਰ ਦੇ ਪ੍ਰਸੰਗ ਵੀ ਕੀਤੇ। ਭਏ ਆਨੰਦ ਪ੍ਰਭੂ ਸਰਬੰਗ, ਤੇ ਫਿਰ ਸਰਬ ਤਰ੍ਹਾਂ ਕਰਕੇ ਸਰਬੰਗ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬਹੁਤ ਆਨੰਦ ਦੇ ਸਹਿਤ ਹੋਏ। ਖਾਨਾ ਗਇਓ ਕਪੂਰੇ ਪਾਸ, ਜਿਹੜਾ ਖਾਨਾ ਸੀ ਨਾ ਕਪੂਰੇ ਨੇ ਭੇਜਿਆ ਹੋਇਆ, ਜਿਹੜਾ ਮੁਰੱਖਾ ਬਣ ਕੇ ਅੱਗੇ ਆ ਰਿਹਾ ਸੀ, ਰਾਹ ਦੱਸਦਾ ਆਇਆ ਸੀ ਇੱਥੋਂ ਤੀਕ, ਜਿੰਨੇ ਉਹ ਪਾਣੀ ਦੇਣ ਲੱਗਿਆ ਵੀ ਪੈਸੇ ਲੈ ਲਏ ਸੀ ਮਹਾਰਾਜ ਸਾਹਿਬ ਤੋਂ, ਪਹਿਲਾਂ ਚਾਂਦੀ ਦਾ ਰੁਪਈਆ ਤੇ ਫਿਰ ਸੋਨੇ ਦੀ ਮੋਹਰ ਮੰਗ ਲਈ ਸੀ। ਉਹ ਖਾਨਾ ਜਿਹੜਾ ਰਾਹ ਦੱਸਦਾ ਆ ਰਿਹਾ ਸੀ ਨਾਲ, ਹੁਣ ਵਾਪਸ ਚਲੇ ਗਏ। ਖਾਨਾ ਗਏ ਉਹ ਕਪੂਰੇ ਪਾਸ, ਉਹ ਕਪੂਰੇ ਦੇ ਪਾਸ ਚਲੇ ਗਿਆ।
ਗੁਰ ਕੀ ਗੱਲ ਮਹਿ ਕਰੀ ਪ੍ਰਕਾਸ਼। ਤੇ ਉੱਥੇ ਕਪੂਰੇ ਦੇ ਕੋਲੇ ਜਾ ਕਰਕੇ ਜੋ ਗੁਰੂ ਸਾਹਿਬ ਜੀ ਦੀ ਇਹ ਗਾਥਾ ਹੈ ਨਾ, ਭਾਵ ਸਤਿਗੁਰੂ ਜੀ ਦੀ ਘਟਨਾ, ਇਹ ਉੱਥੇ ਜਾ ਕੇ ਪ੍ਰਕਾਸ਼ ਨਹੀਂ ਕੀਤੀ ਵੀ ਮੈਂ ਗੁਰੂ ਸਾਹਿਬ ਨੂੰ ਕਿੱਥੇ ਛੱਡ ਕੇ ਆਇਆ ਹਾਂ। ਤੂਸ਼ਣ ਹੀ ਲਸ਼ਕਰ ਮਹਿ ਰਹਿ। ਹੁਣ ਉੱਥੇ ਤੁਰਕਾਂ ਦੀ ਫੌਜ ਦੇ ਵਿੱਚ ਹੈ ਕਪੂਰਾ, ਇਹ ਖਾਨਾ ਵੀ ਜਾ ਕੇ ਕਪੂਰੇ ਨੂੰ ਮਿਲਿਆ। ਤਾਂ ਉਹ ਤੁਰਕ ਦਾ ਖਿਆਲ ਕਰ ਰਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਸ਼ਹੀਦ ਕਰ ਰਿਹਾ, ਵਜੀਦ ਖਾਨ ਸਰਹੰਦ ਦਾ ਸੂਬਾ। ਇਹ ਖਾਨਾ ਵਿੱਚੇ ਜਾ ਕੇ ਮਿਲਿਆ ਕਪੂਰੇ ਨੂੰ, ਪਰ ਇਹ ਚੁੱਪ ਹੀ ਕੀਤਾ ਹੋਇਆ, ਇਹਨੇ ਕੋਈ ਗੱਲ ਨਹੀਂ ਉੱਥੇ ਜਾ ਕੇ ਦੱਸੀ ਮਹਾਰਾਜ ਸਾਹਿਬ ਦੀ। ਵਿਦਤਾ ਹੈ ਗੁਰੂ ਆਪ ਹੀ ਲਹੈ। ਕਿਉਂਕਿ ਇਹਨੇ ਜਾਣਿਆ ਕਿ ਜਦੋਂ ਗੁਰੂ ਸਾਹਿਬ ਜੀ ਪ੍ਰਗਟ ਹੋਣਗੇ ਆਪੇ ਤੁਰਕਾਂ ਨੂੰ ਪਤਾ ਲੱਗ ਜਾਵੇਗਾ, ਕਿਉਂਕਿ ਜੇ ਦੱਸਦਾ ਤੇ ਇਹਨੇ ਮੁਸੀਬਤ ਵਿੱਚ ਆਪ ਫਸਣਾ ਸੀ। ਤੋ ਇਸ ਤਰੀਕੇ ਨਾਲ ਇਹਨੇ ਦੱਸਿਆ ਨਹੀਂ ਹੈ। ਹੁਣ ਇੱਥੋਂ ਖਦਰਾਣੇ ਦੀ ਢਾਬ ਤੋਂ ਫਿਰ ਅੱਗੇ ਇੱਥੇ ਵੇਖਿਆ ਵੀ ਕਿਤੇ ਥਾਂ ਤੇ ਜਲ ਨਹੀਂ ਹੈ, ਇਹ ਥਲ ਜਲ ਤੋਂ ਹੀਨ ਹੈ, ਇੱਥੇ ਪਾਣੀ ਨਹੀਂ ਹੈ। ਤਾਂ ਪਾਣੀ ਤੋਂ ਹੀਣਾ ਜਾਣ ਕਰਕੇ ਗੁਣਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਅੱਗੇ ਚੱਲਣਾ ਚਾਹਿਆ ਕਿ ਹੁਣ ਇੱਥੋਂ ਅੱਗੇ ਕੂਚ ਕਰਨਾ ਚਾਹੀਦਾ ਹੈ। ਰਾਖੇ ਚੱਕਰ ਜੇ ਬੈਰਾੜ, ਜਿਹੜੇ ਬੈਰਾੜ ਨੌਕਰ ਰੱਖੇ ਹੋਏ ਸੀ ਸਤਿਗੁਰੂ ਜੀ ਨੇ, ਚਲੋ ਅਗਰ ਤੁਮ ਪਿੱਖੀ ਉਜਾੜ। ਮਹਾਰਾਜ ਕਹਿੰਦੇ ਭਾਈ ਤੁਸੀਂ ਅੱਗੇ ਚੱਲੋ, ਕਿਉਂਕਿ ਤੁਸੀਂ ਇਸ ਉਜਾੜ ਦੇ, ਇਸ ਇਲਾਕੇ ਦੇ, ਜੰਗਲ ਦੇ ਜਾਣਕਾਰ ਹੋ, ਤੁਸੀਂ ਇਹ ਉਜਾੜ ਵੇਖੀ ਹੋਈ ਹੈ, ਤੁਸੀਂ ਨਾਲ ਚੱਲੋ ਅੱਗੇ। ਨਿਰਮਲ ਜਲ ਕੋ ਥਲ ਜਿਤ ਪਾਵਹੁ, ਜਿਸ ਥਾਂ ਦੇ ਉੱਤੇ ਪਵਿੱਤਰ ਜਲ, ਸਾਫ ਸੁਥਰਾ ਜਲ ਵਾਲਾ ਥਾਂ ਪ੍ਰਾਪਤ ਹੋਵੇਗਾ। ਚਲੋ ਸ਼ੀਘਰ ਤਹਿ ਸਿਮਰ ਟਿਕਾਵਹੁ, ਛੇਤੀ ਅੱਗੇ ਚਲੋ ਤੇ ਉੱਥੇ ਜਾ ਕਰਕੇ ਆਪਾਂ ਪੜਾ ਟਿਕਾਈਏ। ਕਿਮ ਕਹਿ ਤੋਰ ਤਰੰਗਮ ਚੱਲੇ, ਇਸ ਤਰ੍ਹਾਂ ਕਹਿ ਕਰਕੇ ਘੋੜਿਆਂ ਨੂੰ ਤੋਰ ਕੇ ਚੱਲ ਪਏ। ਇੱਕ ਸਰਾਏ ਹੇਰੀ ਥਲ ਭਲੇ, ਇੱਕ ਠਹਿਰਨ ਵਾਲੀ ਜਗ੍ਹਾ ਵੇਖੀ ਹੈ, ਭਲੀ ਪ੍ਰਕਾਰ ਚੰਗਾ ਥਾਂ ਹੈ। ਕਹੀਂ ਸਰੋਵਰ ਸੁੰਦਰ ਹੀਰਾ, ਉੱਥੇ ਜਲ ਦੀ ਇੱਕ ਢਾਬ ਵੇਖੀ ਹੈ, ਸੋਹਣੀ ਜਲ ਦਾ ਇੱਕ ਤਾਲ ਵੇਖਿਆ ਹੈ ਕੱਚਾ, ਇਸ ਕੇ ਤੀਰ ਕਰਿਓ ਗੁਰ ਡੇਰਾ। ਤੇ ਉਸ ਸੋਹਣੇ ਤਾਲ ਦੇ ਪਾਸ, ਜਲ ਦੀ ਢਾਬ ਦੇ ਪਾਸ ਗੁਰੂ ਜੀ ਨੇ ਉਹਦੇ ਕਿਨਾਰੇ ਤੇ ਡੇਰਾ ਕਰ ਲਿਆ। ਸਿੰਘਾਂ ਨੇ ਉੱਥੇ ਆਪਣੇ ਘੋੜੇ ਬੰਨ੍ਹ ਦਿੱਤੇ ਆ, ਤੇ ਉੱਥੇ ਘੋੜਿਆਂ ਵਾਸਤੇ ਘਾਹ ਪੱਠਾ ਲਿਆਂਦਾ, ਘਾਹ ਵੱਢ ਕੇ ਲਿਆਂਦਾ, ਲੱਕੜਾਂ ਇਕੱਠੀਆਂ ਕੀਤੀਆਂ ਲੰਗਰ ਪਾਣੀ ਤਿਆਰ ਕਰਨ ਵਾਸਤੇ। ਤੋ ਇਸ ਤਰੀਕੇ ਦੇ ਨਾਲ ਉਸੇ ਫਿਰ ਜਲ ਦੇ ਤਾਲ ਦੇ ਪਰਲੇ ਪਾਸੇ ਇੱਕ ਵੱਡੀ ਉਮਰ ਵਾਲਾ ਜੋਗੀ ਬੈਠਾ ਸੀ। ਜਦੋਂ ਸਿੰਘ ਇੱਧਰ ਵੀ ਜਕਾਰੇ ਬੁਲਾਏ ਤੇ ਸਿੰਘਾਂ ਨੇ ਬਚਨ ਬੁਲਾਸ ਚੱਲੇ, ਉਹਨੇ ਆਪਣੇ ਚੇਲਿਆਂ ਨੂੰ ਵੀ ਪੁੱਛਿਆ ਵੀ ਇੱਧਰਲੇ ਪਾਸੇ ਕੌਣ? ਉਹਨਾਂ ਦੱਸਿਆ ਵੀ ਇੱਧਰਲੇ ਪਾਸੇ ਮਰੇਲਾ ਗੁਰੂ ਆਇਆ। ਇਹ ਮੁਸਲਮਾਨਾਂ ਨੇ ਮਹਾਰਾਜ ਦਾ ਨਾਮ ਰੱਖਿਆ ਸੀ ਮਰੇਲਾ ਗੁਰੂ, ਮਾਰਨ ਵਾਲਾ ਗੁਰੂ, ਕਿ ਇਹ ਬੜਾ ਮਾਰਦਾ ਹੈ। ਉਹਨਾਂ ਨਾਂ ਹੀ ਮਹਾਰਾਜ ਦਾ ਮਰੇਲਾ ਗੁਰੂ ਰੱਖ ਦਿੱਤਾ ਸੀ। ਜੇ ਚੜ ਕੇ ਆਉਂਦੇ ਸੀ ਗੁਰੂ ਸਾਹਿਬ ਨੂੰ ਫਿਰ ਮਹਾਰਾਜ ਪਾਲ ਲਗਾ ਦਿੰਦੇ। ਉਹਨਾਂ ਦੇ ਚੇਲਿਆਂ ਨੇ ਦੱਸਿਆ, ਉਸ ਜੋਗੀ ਦੇ ਚੇਲਿਆਂ ਨੇ, ਵੀ ਉਧਰਲੇ ਪਾਸੇ ਮਰੇਲਾ ਗੁਰੂ ਆਇਆ ਜਿਹੜਾ ਤੁਰਕਾਂ ਨਾਲ ਜੰਗ ਯੁੱਧ ਕਰਦਾ ਹੈ। ਫਿਰ ਕਿਵੇਂ ਗੱਲਬਾਤ ਚੱਲਦੀ ਹੈ ਤੇ ਕਿਵੇਂ ਮਹਾਰਾਜ ਅੰਤਰਜਾਮਤਾ ਨਾਲ ਜੋਗੀ ਦੀ ਕਹਾਣੀ ਦੱਸਦੀ ਹੈ ਤੇ ਕਿਵੇਂ ਉਹ ਜੋਗੀ ਮਹਾਰਾਜ ਦੇ ਚਰਨ ਵਿੱਚ ਆਉਂਦਾ ਤੇ ਮੁਕਤੀ ਪ੍ਰਾਪਤ ਕਰਦਾ, ਉਹ ਕੱਲ ਨੂੰ ਪ੍ਰਸੰਗ ਆਵੇਗਾ। ਸਾਥੀਓ, ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣ। ਦੇਹੋ ਸੱਜਣਿਆ ਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।